देश दुनिया च वसते पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी, दोनों को जी आया। बहुत बहुत शुक्रिया रंधावा जी। साਰਿਆਂ ਨੂੰ सत श्री अकाल जी। मंत्री साहब जे दिल कढ़िया थोड़ा वड्डा कढ़ लो, जे परदा ही चक्कण लगे हो तो संकोच काहदा झिझक काहदी, फिर चक दिओ ना। सवाल ते इसे गल दा बदला तां इहनूं कहंदे। पंजाब दे पंचायत मंत्री लालजीत सिंह भुल्लर जिहड़े मझैली मड़क नाल तुरदे फिरदे नज़र आउंदे आ, जदों इन्हां कोल पंचायत महकमा आया सी, पहले दिन दफ्तर च जांदिआं घट्टो घट्ट जिहड़ी इन्हां शरधा व्यक्त कीती सी अपने दफ्तरां नाल कुर्सियां नाल, ਉਹ ਤੋਂ ਇੰਜ ਲੱਗਦਾ ਸੀ ਕਿ ਇਹ ਬੰਦਾ ਕੁਝ ਕਰਕੇ ਵਿਖਾਊ। ਤੇ ਅੱਜ ਪਹਿਲੀ ਝਲਕ ਮਿਲੀ ਆ ਜਦੋਂ ਉਹਨਾਂ ਆਪਣੇ ਐਮਐਲਏਸ ਦੇ ਉੱਤੇ ਇੱਕ ਹਲਕਾ ਜਿਹਾ ਤੰਜ ਕੀਤਾ। ਉਹਨਾਂ ਨੇ ਕਿਹਾ ਕਿ ਕਬਜ਼ਾਧਾਰੀਆਂ ਦੀ ਮਦਦ ਨਾ ਕਰੋ। ਜੇ ਵੈਸੇ ਭੁੱਲਰ ਸਾਹਿਬ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਜਰਾ ਡਿਸਕਲੋਜ਼ ਕਰੋ ਹਨਾ ਕਿਹੜੇ ਐਮਐਲਏ ਕਬਜ਼ਾਧਾਰੀਆਂ ਦੇ ਨਾਲ ਖਲੋਤੇ ਨੇ। ਮਾਮਲਾ ਜ਼ਮੀਨਾਂ ਛਡਾਉਣ ਦਾ ਨਹੀਂ, ਮਾਮਲਾ ਤੇ ਕਿਰਦਾਰ ਦਾ ਹੈ, ਮਾਮਲਾ ਤੇ ਕਹਿਣੀ ਕਰਨੀ ਦਾ ਹੈ। ਸਵਾਲ ਇਸ ਗੱਲ ਤੇ ਹੈ ਕਿ ਲਾਲਜੀਤ ਸਿੰਘ ਭੁੱਲਰ ਹੁਣ ਐਮਐਲਏਸ ਦੇ ਨਾਂ ਨਸ਼ਰ ਕਰਦੇ ਨੇ ਕਿ ਨਹੀਂ। ਜਦੋਂ ਉਹ ਕਹਿੰਦੇ ਆ ਕਿ 20 ਖੁਸ਼ ਕਰਕੇ 500 ਨਾਰਾਜ਼ ਨਹੀਂ ਕਰਨੇ, ਤਾਂ ਫਿਰ ਅਧੂਰੀ ਗੱਲ ਛੱਡਿਆ ਸਵਾਦ ਨਹੀਂ ਜੇ ਆਉਣਾ। ਦੂਜੀ ਖਬਰ ਵੀ ਅਸੀਂ ਇਦਾਂ ਦੀ ਲੈਨੇ ਆ, ਸਾਡੇ ਪੰਜਾਬ 'ਚ ਸ਼ਰੀਕੇਬਾਜ਼ੀਆਂ ਨੂੰ ਬੜਾ ਅਹਿਮ ਮੰਨਿਆ ਜਾਂਦਾ। ਇੱਥੇ ਭਾਜੀ ਪਾਉਣ ਤੇ ਭਾਜੀ ਮੋੜਨ ਦਾ ਬੜਾ ਰਿਵਾਜ ਹੈ, ਪੇਂਡੂ ਕਲਚਰ 'ਚ ਤੇ ਆਮ ਹੈ। ਆਮ ਤੌਰ ਤੇ ਮੈਂ ਸੋਚਦਾ ਸੀ ਦਿੱਲੀ ਵਾਲੇ ਸਿਆਣੇ ਆ, ਘੱਟ ਕਰਦੇ ਹੋਣਗੇ। ਹੁਣ ਕੇਜਰੀਵਾਲ ਸਾਹਿਬ ਦੇ ਘਰ ਦਾ ਆਡਿਟ ਕਰਾਇਆ ਜਾਣਾ ਹੈ। ਸਾਡੇ ਵੀ ਇੱਥੇ ਪਿੰਡਾਂ 'ਚ ਬੈਠਕ ਬੂਠਕ ਪਾਉਂਦੇ ਆਏ ਗਏ ਨੂੰ ਮਿਲਣ ਲਈ। ਹੁਣ ਜਿਹੜੇ ਅੰਕੜੇ ਨੇ ਪਹਿਲਾਂ ਪੁਰਾਣੇ ਹੀ ਨੇ, ਵੈਸੇ ਤਾਂ 52-53 ਕਰੋੜ ਦਾ ਰੌਲਾ ਹੈ। ਉਹ ਬੈਠਕ 36 ਜਿਹੜੀ ਕੈਂਪ ਆਫਸ ਕਹਿੰਦੇ ਆ ਤੇ 19 ਕਰੋੜ ਲੱਗਿਆ। ਚਲੋ ਸਰਕਾਰ ਦਾ ਹੈ, ਸਰਕਾਰ ਕੋ ਰਹਿਣਾ, ਕਿਸੇ ਨੇ ਕੱਢ ਪਾ ਕੀ ਲੈਣਾ। ਤੇ ਖੈਰ ਕੈਗ ਦੀ ਆਡਿਟ ਰਿਪੋਰਟ ਤੇ ਜਾਂਦੇ ਆ। ਤੀਜਾ ਮਾਮਲਾ ਇਹ ਵੀ ਫਸੀ ਫਸਾਈ ਵਾਲਾ ਹੀ ਹੈ। ਪੰਜਾਬ ਦੇ ਗਵਰਨਰ ਕੋਲ ਚੱਲੇ ਨੇ ਬਿੱਲ ਜਿਹਦੇ ਵਿੱਚ SCPC ਵਾਲਾ ਉਹੀ ਗੁਰਦੁਆਰਾ ਐਕਟ 1925 ਦਾ ਸੋਧ ਵਾਲਾ, ਜਿਹਦੇ 'ਚ 125A ਜੋੜੀ ਗਈ ਆ। ਜੇ ਇਹਦੇ ਨਾਲ ਜੋੜ ਕੇ ਅਸੀਂ ਕੇਰਲਾ ਵਾਲੇ ਗਵਰਨਰ ਦਾ ਮਾਮਲਾ ਦੇਖੀਏ, ਕੁਝ ਉਹਨਾਂ ਦੇ ਬਿੱਲ ਰਾਸ਼ਟਰਪਤੀ ਨੂੰ ਭੇਜੇ ਨੇ। ਇੱਥੇ ਇੱਕ ਜਮਾ ਜੋੜ ਕਰਕੇ ਦੇਖਦੇ ਆ ਕਿ ਇਹ ਵਾਲੇ ਬਿੱਲ ਰਾਸ਼ਟਰਪਤੀ ਨੂੰ ਜਾਣਗੇ, ਇੱਕ ਵਾਰੀ ਵਾਪਸ ਕੀਤੇ ਜਾਣਗੇ ਜਾਂ ਫਿਰ 6 ਮਹੀਨੇ ਲਈ ਖਟਾਈ 'ਚ ਪੈਣਗੇ। ਵੈਸੇ ਐਗਰੀਕਲਚਰ ਨਾਲ ਜੁੜੇ ਮਾਮਲੇ ਬਹੁਤ ਅਹਿਮ ਨੇ, ਸਾਰੇ ਕਲੱਬ ਕਰਦੇ ਆ, ਅਦਰਵਾਈਜ਼ ਮੇਰਾ ਹੀ ਸਮਾਂ ਬਹੁਤ ਹੋ ਜਾਣਾ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਕਿਹੜੇ ਐਮਐਲਏ ਕਬਜ਼ਾਧਾਰੀਆਂ ਦੀ ਪਿੱਠ ਤੇ ਨੇ? ਗੱਲ ਤੋਰਿਓ ਜ਼ਰਾ। ਰੰਧਾਵਾ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ ਬਦਲਾਅ ਦੀ, ਔਰ ਉਹਦੇ 'ਚ ਤੁਸੀਂ ਕਿਹਾ ਕਿ ਸਾਰੇ ਐਮਐਲਏਆਂ ਦਾ ਨਾਂ ਜਿਹੜਾ ਵੀ ਕੋਈ ਹੈਗਾ, ਕੋਈ ਕਬਜ਼ਾ ਕਰਵਾ ਰਿਹਾ ਜਾਂ ਕਬਜ਼ਾ ਕਰਵਾਉਣ ਵਾਲਿਆਂ ਨੂੰ ਸ਼ਹਿ ਦੇ ਰਿਹਾ ਜਾਂ ਖੁਦ ਕਰ ਰਿਹਾ, ਉਹ ਸਾਰੇ ਨੂੰ ਚੇਤਾਵਨੀ ਦਿੱਤੀ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਇੰਨੀ ਤੇਜ਼ੀ ਨਾਲ ਇਸ ਤਰ੍ਹਾਂ ਦੀ ਕਾਰਵਾਈ, ਬਿਲਕੁਲ ਉਲਟੀ ਦਿਸ਼ਾ 'ਚ ਕਾਰਵਾਈ ਕਰ ਸਕਦਾ। ਭੁੱਲਰ ਸਾਹਿਬ ਨੇ ਜਿਹੜੀ ਪਹਿਲੀ ਇੱਕ ਚੇਤਾਵਨੀ ਦਿੱਤੀ ਹੈ, ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਇਹ ਨਾਲ ਕਹਿ ਦੇਣਾ ਚਾਹੀਦਾ ਸੀ ਵੀ ਅੱਜ ਤਾਂ ਮੈਂ ਚੇਤਾਵਨੀ ਦੇ ਰਿਹਾ, ਪਰ ਮੈਂ 2 ਮਹੀਨੇ ਬਾਅਦ ਜਦੋਂ ਇਹਦਾ ਰਿਵਿਊ ਕਰੂੰਗਾ ਤਾਂ ਫਿਰ ਵੀ ਅਗਰ ਆਏ ਤਾਂ ਫਿਰ ਮੈਂ ਨਾਮ ਨਸ਼ਰ ਕਰੂੰਗਾ। ਇਹ ਜੇ ਕਰਦੇ ਤਾਂ ਮੈਨੂੰ ਲੱਗਦਾ ਕਿ ਇੱਕ ਸਿਸਟਮ ਹੁੰਦਾ, ਠੀਕ ਹੁੰਦਾ ਕਿ ਉਹ ਤੁਸੀਂ ਪਹਿਲਾਂ ਚੇਤਾਵਨੀ ਦਿਓ, ਕਿਉਂਕਿ ਸਾਰੇ ਜਗ੍ਹਾ ਤੇ ਏਦਾਂ ਹੀ ਹੁੰਦਾ ਕਿ ਸਿੱਧੀ ਸਜ਼ਾ ਨਹੀਂ ਦਿੱਤੀ ਜਾ ਸਕਦੀ, ਪਹਿਲਾਂ ਚੇਤਾਵਨੀਆਂ ਦਿੰਦੇ ਆ, ਫਿਰ ਉਸ ਤੋਂ ਬਾਅਦ ਸਜ਼ਾ, ਜੇ ਬੰਦਾ ਨਹੀਂ ਸੁਧਰਦਾ ਤਾਂ। ਇੱਥੇ ਵੀ ਸ਼ਾਇਦ ਉਹਨਾਂ ਨੇ ਇਸੇ ਤਰ੍ਹਾਂ ਦਾ ਹੀ ਕਿਹਾ। ਪਰ ਇਹਦੇ ਵਿੱਚ ਇੱਕ ਗੱਲ ਜਿਹੜੀ ਹੈਗੀ ਹੈ ਨਾ ਰੰਧਾਵਾ ਸਾਹਿਬ, ਉਹ ਇਹ ਹੈ ਕਿ ਹਰ ਸਰਕਾਰ ਜਿਹੜੀ ਆਂਦੀ ਹੈ, ਉਹ ਆਂਦੇ ਸਾਰੀ ਇਹ ਕਹਿੰਦੀ ਹੈ ਕਿ ਜਿਹੜੇ ਵੀ ਬੰਦਿਆਂ ਨੇ ਕਬਜ਼ੇ ਕੀਤੇ ਹੋਏ ਹੈ, ਉਹ ਅਸੀਂ ਕਬਜ਼ੇ ਛੁਡਾਵਾਂਗੇ ਤੇ ਸਰਕਾਰ ਦਾ ਰੈਵਨਿਊ ਵਧਾਵਾਂਗੇ। ਤੁਹਾਨੂੰ ਯਾਦ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸੀ ਤੇ ਨਵਜੋਤ ਸਿੱਧੂ ਨੇ ਦੀ ਇੱਕ ਕੈਬਨਿਟ ਸਬ ਕਮੇਟੀ ਬਣੀ ਸੀ ਇਹ ਕਬਜ਼ੇ ਛੁਡਾਉਣ ਵਾਸਤੇ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ 1 ਲੱਖ ਏਕੜ ਜਿਹੜੀ ਹੈ ਜਿਸ ਤੇ ਕਬਜ਼ੇ ਕੀਤੇ ਹੋਏ ਹੈ ਲੋਕਾਂ ਨੇ, ਤੇ ਜੇ ਛੁਡਾ ਲਓ ਤਾਂ ਪੰਜਾਬ ਦਾ ਖਜ਼ਾਨਾ ਇੰਨਾ ਕੁ ਭਰ ਜੂਗਾ ਕਿ ਸਾਨੂੰ ਜ਼ਿਆਦਾ ਕਰਜ਼ੇ ਲੈਣ ਦੀ ਲੋੜ ਹੀ ਨਹੀਂ ਪਊਗੀ। ਉਹਨਾਂ ਨੇ ਵੀ ਬਹੁਤ ਜ਼ਿਆਦਾ ਦਮਗੱਜੇ ਵੀ ਮਾਰੇ ਕਿ ਬਈ ਮੈਂ ਛੁਡਾ ਦੂੰਗਾ ਸਾਰਾ, ਇਹ ਕਰ ਦੂੰਗਾ, ਉਹ ਕਰ ਦੂੰਗਾ, ਲੇਕਿਨ ਉਹ 1.5 ਸਾਲ 'ਚ ਗੱਤਕਾ ਜਿਹਾ ਖੇਡ ਕੇ ਆਪ ਹੀ ਵਾਪਸ ਚਲੇ ਗਏ। ਸਥਿਤੀ ਉੱਥੇ ਦੀ ਉੱਥੇ ਹੀ ਹੈ। ਸੇਮ ਹੀ ਕੁਲਦੀਪ ਧਾਲੀਵਾਲ ਹੋਰਾਂ ਨੇ ਆ ਕੇ ਕਿਹਾ, ਪਿਛਲੇ ਸਾਲ ਤੁਸੀਂ ਦੇਖਿਆ ਬਹੁਤ ਟਰੈਕਟਰਾਂ ਦੇ ਚੜ ਕੇ ਉਹਨਾਂ ਨੇ ਜ਼ਮੀਨਾਂ ਦੇ ਕਬਜ਼ੇ ਲਿੱਤੇ। ਇਹਦੇ ਵਿੱਚ ਨਾ ਕੁਝ ਤਾਂ ਕਾਨੂੰਨੀ ਗੁੰਝਲਾਂ ਹੁੰਦੀਆਂ ਹੀ ਨੇ, ਲੋਕ ਉਹਨਾਂ ਗੁੰਝਲਾਂ ਦਾ ਫਾਇਦਾ ਉਠਾ ਕੇ ਫਿਰ ਉਸੇ ਤੇ ਹੀ ਆ ਜਾਂਦੇ। ਬਹੁਤ ਸਾਰੀ ਜ਼ਮੀਨਾਂ ਜਿਹੜੀਆਂ ਕੁਲਦੀਪ ਧਾਲੀਵਾਲ ਹੋਰਾਂ ਨੇ ਛੁਡਾਈਆਂ ਸੀ,
ਉਹ ਵਾਪਸ ਉਹਨਾਂ ਦੇ ਕਬਜ਼ਿਆਂ 'ਚ ਚਲੀਆਂ ਗਈਆਂ ਨੇ। ਜਦੋਂ ਵਾਪਸ ਚਲੀਆਂ ਜਾਂਦੀਆਂ ਨੇ ਉਦੋਂ ਫਿਰ ਨਹੀਂ ਦੱਸਦੇ ਵੀ ਜਿਹੜੀ ਅਸੀਂ ਉਹ ਛੜਾਈ ਸੀਗੀ ਉਹ ਵਾਪਸ ਚਲੀ ਗਈ ਹੈ, ਹੁਣ ਸਾਡੇ ਕੋਲ ਨਹੀਂ ਹੈ। ਅੱਜ ਹੁਣ ਕਲੇਮ ਕੀਤਾ ਜਾ ਰਿਹਾ ਹੈ ਕਿ 11,000 ਏਕੜ ਦੇ ਉੱਤੇ ਅਸੀਂ ਕਬਜ਼ਾ ਛੁਡਾ ਲਿਆ ਹੈ, ਪਰ ਜੋ ਮੇਰੀ ਸੂਚਨਾ ਹੈ ਉਹਦੇ 'ਚ ਕਾਫੀ ਜ਼ਮੀਨ ਜਿਹੜੀ ਹੈ ਉਹ ਵਾਪਸ ਚਲੀ ਗਈ ਹੈ। ਦੇਖੋ ਬਹੁਤ ਸਾਰੀਆਂ ਰੰਧਾਵਾ ਸਾਹਿਬ ਜ਼ਮੀਨਾਂ ਇਹ ਜਿਹੀਆਂ ਸੀ ਜਿਹੜੀ ਚਰਾਂਦ ਦੇ ਨਾਂ ਤੇ ਮਿਲੀਆਂ ਹੋਈਆਂ ਸੀਗੀਆਂ, ਰਾਜਿਆਂ ਵੱਲੋਂ ਛੱਡੀਆਂ ਹੋਈਆਂ ਸੀਗੀਆਂ, ਉਦੋਂ ਚਰਾਂਦ ਦੇ ਨਾਂ ਤੇ ਸੀ ਵੀ ਜਿਹੜੇ ਸਾਡੇ ਪਸ਼ੂ ਨੇ ਉਹ ਉੱਥੇ ਛੱਡੇ ਜਾਣਗੇ, ਖੁੱਲੇ ਛੱਡੇ ਜਾਣਗੇ, ਪਰ ਉਹ ਸਾਰਿਆਂ ਦੇ ਉੱਤੇ ਕਬਜ਼ਾ ਹੋ ਚੁੱਕਿਆ, ਹੁਣ ਕੋਈ ਵੀ ਨਹੀਂ ਹੈ। ਖਾਸ ਤੌਰ ਤੇ ਉਹ ਜ਼ਮੀਨਾਂ ਜਿਹੜੀਆਂ ਸ਼ਾਮਲਾਟ ਵਾਲੀਆਂ ਹੈਗੀਆਂ ਨੇ ਜਾਂ ਸਾਂਝੇ ਕੰਮਾਂ ਵਾਲੀਆਂ ਹੈਗੀਆਂ ਨੇ, ਤੁਸੀਂ ਦੇਖੋ ਜਿਹੜੀਆਂ ਵੀ ਸ਼ਹਿਰਾਂ ਦੇ ਇਰਦ ਗਿਰਦ ਆ ਗਈਆਂ ਉਹਨਾਂ ਦੇ ਉੱਤੇ ਵੀ ਉਸੇ ਤਰ੍ਹਾਂ ਦੇ ਹੀ ਕਬਜ਼ੇ ਹੋ ਗਏ। ਲੋਕਾਂ ਨੇ ਆਪਣੇ ਹਿੱਸੇਦਾਰੀਆਂ ਕਢਾ ਕੇ ਵਾਪਸ ਵੇਚਤੀ ਅੱਗੇ ਨੂੰ, ਉਹ ਵੀ ਇੱਕ ਬੜਾ ਲੰਬਾ ਚੱਲੀ ਜਾ ਰਿਹਾ ਹੈ। ਜਸਟਿਸ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਵੱਡੀ ਸਾਰੀ ਰਿਪੋਰਟ ਪੇਸ਼ ਕੀਤੀ, ਕੁਝ ਨਹੀਂ ਹੋਇਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਇਦਾਂ ਲੱਗਦਾ ਕਿ ਵੀ ਬਸ ਕੱਲ ਹੀ ਖਾਲੀ ਹੋ ਜਾਣਾ, ਪਰ ਮੈਂ ਪਿਛਲੇ 15 ਸਾਲ ਤਾਂ ਮੈਨੂੰ ਹੋ ਗਏ ਦੇਖਦੇ ਨੂੰ, ਮੈਨੂੰ ਨਹੀਂ ਕਦੀ ਲੱਗਿਆ ਕਿ ਕੋਈ ਇਸ ਤਰ੍ਹਾਂ ਦੀਆਂ ਜ਼ਮੀਨਾਂ ਖਾਲੀ ਕਰਾਈਆਂ ਹੋਣ। ਹਾਂ, ਜੇ 1 ਲੱਖ ਏਕੜ, ਜੇ ਇਹ ਅੰਕੜਾ ਸਹੀ ਹੈ ਕਿ 1 ਲੱਖ ਏਕੜ ਮਤਲਬ ਸਾਡੇ ਕੋਲੇ ਅਵੈਧ ਕਬਜ਼ੇਧਾਰੀ ਬੈਠੇ ਹੈ, ਤਾਂ ਮੈਨੂੰ ਲੱਗਦਾ ਕਿ ਇਹ ਅੰਕੜਾ ਬਹੁਤ ਵੱਡਾ ਹੈ। ਅਗਰ ਇਹ ਅੰਕੜੇ ਦੇ ਉੱਤੇ ਅਸੀਂ ਇਹਨੂੰ ਖਾਲੀ ਕਰਾ ਲੈਂਦੇ ਹਾਂ, 50% ਵੀ ਖਾਲੀ ਕਰਾ ਲੈਂਦੇ ਹਾਂ, ਤਾਂ ਮੈਨੂੰ ਲੱਗਦਾ ਕਿ ਪਿੰਡਾਂ ਦੀ ਜਿਹੜੀ ਨੁਹਾਰ ਹੈ ਘੱਟੋ ਘੱਟ ਉਹ ਤਾਂ ਚੇਂਜ ਕੀਤੀ ਜਾ ਸਕਦੀ ਹੈ। ਜਿਹੜਾ ਹੁਣ ਆਰਡੀਐਫ ਨੂੰ ਨਹੀਂ ਮਿਲ ਰਿਹਾ, 36-37 ਕਰੋੜ ਰੁਪਇਆ ਹੋ ਚੁੱਕਿਆ, ਔਰ ਮੈਨੂੰ ਲੱਗਦਾ ਕਿ ਅੱਗੇ ਤੋਂ ਮਿਲਣਾ ਵੀ ਨਹੀਂ ਹੈ, ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਕਹਿਤਾ ਹੈ ਕਿ ਅਸੀਂ 2% ਤੋਂ ਜ਼ਿਆਦਾ ਦੇਣਾ ਹੀ ਨਹੀਂ। ਤੇ ਸਮਝੋ ਸਾਨੂੰ ਫਿਰ ਉਸ ਇੱਕ ਪਲਾਨ ਸਾਡਾ ਫੇਲ ਹੋ ਗਿਆ, ਤਾਂ ਸਾਨੂੰ ਹੁਣ B ਪਲਾਨ ਦੇ ਉੱਤੇ ਤਾਂ ਕੰਮ ਕਰਨਾ ਹੀ ਪਊਗਾ। ਫਿਰ ਸਾਨੂੰ ਆਪਣੇ ਜਿਹੜੇ ਰੈਵਨਿਊ ਰਿਸੋਰਸ ਹੈਗੇ ਨੇ ਉਹਨਾਂ ਨੂੰ ਖੰਗਾਲਣਾ ਪਊਗਾ, ਜਿਹਦੇ ਵਿੱਚ ਇਹ ਇੱਕ ਬਹੁਤ ਬੜਾ ਰਿਸੋਰਸ ਹੈ। ਮੈਨੂੰ ਲੱਗਦਾ ਕਿ ਇਸ ਤੇ ਥੋੜਾ ਜਿਹਾ ਡਟ ਕੇ ਕੰਮ ਕਰਨ ਦੀ ਲੋੜ ਹੈ। ਇੰਦਰਪ੍ਰੀਤ ਜੀ ਨੇ ਇੱਕ ਨਾਂ ਲਿਆ, ਜਸਟਿਸ ਕੁਲਦੀਪ ਸਿੰਘ, ਰਿਟਾਇਰਡ ਜਸਟਿਸ ਕੁਲਦੀਪ ਸਿੰਘ, ਇਹਨਾਂ ਨੇ ਨਾਲ ਧਾਲੀਵਾਲ ਜੋੜ ਲਿਆ ਸੀ, ਕਿਉਂਕਿ ਇਹ ਨਾਂ ਮੂੰਹ ਤੇ ਚੜੇ ਹੁੰਦੇ ਆ, ਇਸ ਕਰਕੇ ਧਾਲੀਵਾਲ ਕੁਲਦੀਪ ਦੇ ਨਾਲ ਆ ਜਾਂਦਾ ਹੈ। ਤੇ ਮੈਂ ਜ਼ਰੂਰ ਕਹੂੰਗਾ, ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਧਾਲੀਵਾਲ ਸਾਹਿਬ ਨੂੰ ਕਦੇ ਭਿਣਕ ਤੱਕ ਸੀ ਵੀ ਏਦਾਂ ਕੁਰਸੀ ਚਲੀ ਜਾਊ। ਕੁਰਸੀ ਵੀ ਪਿੱਛੇ ਵਾਜਾਂ ਹੀ ਮਾਰਦੀ ਅਜੇ ਤੱਕ ਕਿ ਮੁੜੀ ਮੁੜੀ ਵੇ ਗੱਭਰੂਆ ਤੇਰੇ ਬਿਨਾਂ ਲੱਗਦਾ ਨਾ ਜੀਵੇ। ਤੇ ਉੱਥੇ ਦੂਜਾ ਮਝੈਲ ਬਹਿ ਗਿਆ ਭਾਸਕਰ ਸਾਹਿਬ, ਇਸ ਮਝੈਲ ਨੇ ਥੋੜਾ ਜਿਹਾ ਜੀ ਬਾਹਰ ਨੂੰ ਕੱਢਿਆ, ਐ ਝਾਤੀ ਜੀ ਪਾਈ ਆ ਕਿ ਖੜ ਜਾਓ ਯਾਰ, ਕਬਜ਼ਾ ਧਾਰੀਆਂ ਦੀ ਮਦਦ ਤੇ ਨਾ ਆਓ, ਆਪਾਂ ਬਹੁਤੇ ਨਾਰਾਜ਼ ਨਹੀਂ ਕਰਨੇ, ਥੋੜੇ ਖੁਸ਼ ਕਰਦੇ ਆ। ਜੇ ਅਗਰ ਲਾਲਜੀਤ ਭੁੱਲਰ ਉਹਨਾਂ ਦੀ ਗੱਲ ਕਰੀਏ ਤੇ ਇਹਨਾਂ ਦੀ ਉਹ ਫੋਟੋ ਤੇ ਨਸ਼ਰ ਹੋਈ ਸੀ ਜਦ ਉਹ ਫੋਰਚੂਨਰ ਤੋਂ ਨਿਕਲ ਕੇ ਬਾਹਰ ਜਿੱਦਾਂ ਲਟਕ ਕੇ ਜਾਂਦੇ ਪਏ ਸੀਗੇ, ਪਰ ਉਹ ਜਿਹੜੀ ਟਰੈਕਟਰ ਵਾਲੀ ਫੋਟੋ ਸੀਗੀ, ਜਿਹੜੇ ਇਹਨਾਂ ਦੇ ਪਹਿਲੇ ਵਾਲੇ ਮੰਤਰੀ ਸੀਗੇ ਕੁਲਦੀਪ ਸਿੰਘ ਧਾਲੀਵਾਲ, ਉਹ ਬੜੀ ਮਸ਼ਹੂਰ ਹੋਈ ਸੀ, ਜਿੱਦਾਂ ਟਰੈਕਟਰ ਤੇ ਚੜ੍ਹ ਕੇ ਕਬਜ਼ੇ ਲੈਂਦੇ ਸੀਗੇ। ਕੱਲ ਭੁੱਲਰ ਸਾਹਿਬ ਪਹੁੰਚੇ ਖੰਨਾ, ਇਸਲੂ ਪਿੰਡ 100 ਏਕੜ ਕਹਿੰਦੇ ਖਾਲੀ ਕਰਾਈ, 11,500 ਏਕੜ ਹਜੇ ਤੱਕ ਖਾਲੀ ਕਰਾ ਚੁੱਕੇ ਆ। ਇਸ ਖਾਲੀ ਕਰਾਉਣ ਦੀ ਪੂਰੀ ਮੁਹਿੰਮ ਨੂੰ ਦੇਖੀਏ ਤੇ ਤੁਹਾਨੂੰ ਯਾਦ ਹੋਏਗਾ ਸਬ ਕਮੇਟੀ ਦੀ ਗੱਲ ਇੰਦਰਪ੍ਰੀਤ ਉਹਨਾਂ ਨੇ ਕਰ ਹੀ ਦਿੱਤੀ ਹੈ, ਪਰ ਇਸ ਸਰਕਾਰ ਦੇ ਵਿੱਚ ਸਰਕਾਰ ਬਣਦੀ ਹੈ ਮਾਰਚ ਵਿੱਚ, 7 ਅਪ੍ਰੈਲ ਨੂੰ ਸੁਪਰੀਮ ਕੋਰਟ ਦਾ ਇੱਕ ਆਰਡਰ ਆਉਂਦਾ ਹੈ ਜਿਹਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਸਰਕਾਰ ਪੰਚਾਇਤੀ ਜ਼ਮੀਨਾਂ ਦੇ ਵਿੱਚ ਜਿਸ ਵੀ ਤਰੀਕੇ ਦੀ ਕੋਈ ਖਰੀਦ ਫਰੋਖਤ ਹੋਈ ਹੈ ਉਹ ਨਲ ਐਂਡ ਵਾਈਡ ਹੈ ਤੇ ਉਹਨੂੰ ਸਰਕਾਰ ਆਪਣੇ ਕਬਜ਼ੇ ਦੇ ਵਿੱਚ ਵਾਪਸ ਲੈ ਜਾਂਦੀ ਹੈ। ਮਈ 1 ਨੂੰ ਇਹ ਮੁਹਿੰਮ ਕੁਲਦੀਪ ਸਿੰਘ ਧਾਲੀਵਾਲ ਉਸ ਟਾਈਮ ਮੰਤਰੀ ਹੁੰਦੇ ਨੇ, ਉਹ ਚਲਾਉਂਦੇ ਨੇ। 31 ਮਈ ਦਾ ਟੀਚਾ ਰੱਖ ਲੈਂਦੇ ਨੇ ਕਿ 5,000 ਏਕੜ ਆਪਾਂ ਖਾਲੀ ਕਰਾ ਲਾਂਗੇ, ਔਰ ਫਿਰ 31 ਮਈ ਤੋਂ ਬਾਅਦ ਇੱਕ ਅਲਟੀਮੇਟਮ ਭਗਵੰਤ ਮਾਨ ਮੁੱਖ ਮੰਤਰੀ ਦਾ, ਖਾਲੀ ਕਰ ਦੋ ਨਹੀਂ ਤੇ ਪਰਚੇ ਚਰਚੇ ਤੇ ਖਰਚੇ ਵੀ ਹੋਣਗੇ। ਉਸ ਤੋਂ ਬਾਅਦ ਅਚਾਨਕ ਇੱਕ ਠੰਡ ਪੈ ਜਾਂਦੀ ਹੈ। ਅੱਜ ਗੱਲ ਕਿੱਥੇ ਖੜੀ ਹੈ? ਜਸਟਿਸ ਕੁਲਦੀਪ ਸਿੰਘ ਉਹਨਾਂ ਦੀ ਰਿਪੋਰਟ ਦੇ ਵਿੱਚ ਉਹ ਸਾਰੇ ਨਾਂ, ਜ਼ਮੀਨਾਂ ਦੇ ਰਕਬੇ, ਖਸਰਾ ਨੰਬਰ ਤੱਕ ਦਿੱਤੇ ਹੋਏ ਨੇ ਕਿ ਵੀ ਆਹ ਸਾਰੇ ਕਬਜ਼ੇ ਹੈਗੇ ਨੇ ਜਿਹੜੇ ਨਜਾਇਜ਼ ਹੈਗੇ ਨੇ। ਤੁਸੀਂ ਇਹ ਦੇਖੋ ਕਿ ਹੁਣ ਜੂਨ ਖਤਮ ਹੋਣ ਲੱਗਿਆ, ਇੱਕ ਵੀ ਕੇਸ, ਇੱਕ ਵੀ ਪਰਚਾ, ਇੱਕ ਵੀ ਚਰਚਾ ਕੋਈ ਹੋਇਆ? ਇਹ ਸਾਰੀ ਗੱਲਾਂ ਰਾਜਨੀਤੀ ਦੇ ਵਿੱਚ ਕਦੀ ਕਾਰਪੇਟ ਦੇ ਥੱਲੇ ਪਾ ਦਿੰਦੇ ਨੇ, ਕਦੀ ਕਾਰਪੇਟ ਤੋਂ ਕੱਢ ਕੇ ਉੱਤੇ ਪਾ ਦਿੰਦੇ ਨੇ, ਕਦੀ ਟਰੈਕਟਰ ਤੇ ਚੜ ਕੇ ਤੇ ਕਦੀ ਹੋਰ ਕੋਈ ਤਰੀਕੇ ਨਾਲ ਇਹਨਾਂ ਗੱਲਾਂ ਨੂੰ ਅੱਗੇ ਜ਼ਰੂਰ ਵਧਾਇਆ ਜਾਂਦਾ। ਸਿਰਫ ਔਰ ਸਿਰਫ ਪੋਲਿਟਿਕਸ ਹੋ ਰਹੀ ਹੈ, ਕਿਉਂਕਿ ਅਗਰ ਇਹ ਖਾਲੀ ਕਰਾਏ ਜਾ ਸਕਦੇ ਨੇ ਤੇ ਸੁਪਰੀਮ ਕੋਰਟ ਦਾ ਉਹ ਆਰਡਰ ਜਿਹੜਾ 7 ਅਪ੍ਰੈਲ ਦਾ ਹੈ ਉਹ ਆਪਣੇ ਆਪ ਵਿੱਚ ਹੀ ਸੈਲਫ ਐਕਸਪਲੇਨੇਟਰੀ ਹੈ। ਉਹਦੇ ਹਿਸਾਬ ਨਾਲ ਕੋਈ ਵੀ ਖਰੀਦ ਫਰੋਖਤ ਪੰਚਾਇਤੀ ਜ਼ਮੀਨਾਂ ਦੀ, ਖਾਸ ਕਰਕੇ ਸ਼ਾਮਲਾਟ ਜ਼ਮੀਨਾਂ ਦੀ ਹੋਈ ਹੈ ਤੇ ਨਲ ਐਂਡ ਵਾਈਡ ਹੈ। ਜੂਨ ਦੇ ਮਹੀਨੇ ਦੇ ਵਿੱਚ ਅਗਰਵਾਲ ਉਹਨਾਂ ਨੇ ਵੀ ਇੱਕ ਲੈਟਰ ਕੱਢਿਆ ਸੀ, ਇੱਕ ਆਰਡਰ ਕੱਢਿਆ ਸੀ, ਉਹਦੇ ਰਾਹੀਂ ਜਿੰਨੀ ਵੀ ਜ਼ਮੀਨਾਂ ਦੀ ਖਰੀਦ ਫਰੋਖਤ ਹੋਈ ਸੀ ਉਹਨਾਂ ਨੇ ਵੀ ਨਲ ਐਂਡ ਵਾਈਡ ਕੀਤਾ ਸੀ। ਉਸ ਤੋਂ ਅੱਗੇ ਸਰਕਾਰ ਨੇ ਹਜੇ ਤੱਕ ਕੁਝ ਨਹੀਂ ਕੀਤਾ। ਇਹ ਕੱਲ ਵੀ 100 ਏਕੜ ਦੀ ਗੱਲ ਜਿਹੜੀ ਕੀਤੀ ਹੈ,
ਇਹ ਬੜੀ ਸੌਖੀ ਜੀ ਜ਼ਮੀਨ ਸੀ ਜਿਹੜੀ ਲੈ ਸਕਦੇ ਸੀ, ਇਹਦੇ ਵਿੱਚ ਕੋਈ ਮਸ਼ੱਕਤ ਨਹੀਂ ਕਰਨੀ ਪਈ। ਪਰ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਮਸ਼ੱਕਤ ਕਰਨ ਦੀ ਲੋੜ ਹੈ ਔਰ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਮਸ਼ੱਕਤ ਕਰਨ ਦੀ ਲੋੜ ਨਹੀਂ ਹੈ, ਉਹਦੇ ਉੱਤੇ ਹਜੇ ਤੱਕ ਸਰਕਾਰ ਅੱਗੇ ਵੱਧਦੀ ਨਜ਼ਰ ਨਹੀਂ ਆ ਰਹੀ। ਆਪਾਂ ਅੱਗੇ ਚੱਲਦੇ ਹਾਂ। ਭਾਸਕਰ ਸਾਹਿਬ, ਬਹੁਤ ਸੰਖੇਪ ਚ ਰਿਓ, ਵਿਸਥਾਰ ਆਪਾਂ ਅੱਗੇ ਜਾ ਕੇ ਕਰਾਂਗੇ। ਕੇਜਰੀਵਾਲ ਸਾਹਿਬ ਨੂੰ ਇੱਕ ਮੁਸ਼ਕਲ ਦਾ ਸਾਹਮਣਾ ਹੈ ਹੁਣ। ਕੈਗ ਨੇ ਇੱਕ ਆਡਿਟ ਕਰਨਾ ਹੈ ਉਹਨਾਂ ਦੀ ਕੋਠੀ ਦਾ, ਇਹ ਕੋਠੀ ਨਾ ਹੋਗੀ। ਦੇਖੋ ਨਿੱਕੀ ਜੀ ਗੱਲ ਆ ਵੀ ਬੰਦਾ ਮੁੱਖ ਮੰਤਰੀ ਬਣਿਆ, ਸਹੁੰ ਚੱਕਣ ਤੋਂ ਬਾਅਦ ਉਹ ਅਧਿਕਾਰਤ ਹੈ ਵੀ ਉਹਨੂੰ ਕੋਠੀ ਮਿਲੇ। ਕੋਠੀ ਹੁਣ ਸਰਕਾਰ ਦੀ ਆ ਤੇ ਪੈਸੇ ਵੀ ਸਰਕਾਰ ਦੇ ਤੇ ਲਾਏ ਵੀ ਸਰਕਾਰੀ ਅਧਿਕਾਰੀਆਂ ਨੇ। ਉਸ ਬੰਦੇ ਨੇ ਤੇ ਰਹਿਣਾ ਹੀ ਆ, ਉਹਨੇ ਕਰਨਾ ਵੀ ਹੋਰ ਕੀ ਹੈ। ਤੇ ਆ ਦੇਖੋ ਨਾ ਜੀ, ਉਹਦੇ ਉੱਤੇ ਸਾਰੀ ਆਲੋਚਨਾ ਹੋਈ ਜਾਂਦੀ ਹੈ। ਜਾਂਚ ਜੇ ਹੋਊਗੀ ਤਾਂ ਉਹ ਤਾਂ ਹੋਊਗੀ ਜਿਨ੍ਹਾਂ ਅਧਿਕਾਰੀਆਂ ਨੇ ਇੰਨੇ ਪੈਸਿਆਂ ਦੇ ਵਿੱਚ ਘਰ ਨੂੰ ਰੈਨੋਵੇਟ ਕੀਤਾ, ਕੰਸਟਰਕਟ ਕੀਤਾ, ਕੈਂਪ ਆਫਿਸ ਬਣਾਇਆ। ਕੇਜਰੀਵਾਲ ਸਾਹਿਬ ਦਾ ਉੱਚ ਕੀ ਲੈਣਾ ਦੇਣਾ, ਮੈਨੂੰ ਸਮਝ ਨਹੀਂ ਆਈ। ਜੇ ਤੁਹਾਨੂੰ ਕੋਈ ਸਮਝ ਆਈ ਤੇ ਸਮਝਾਓ ਜ਼ਰਾ। ਦੇਖੋ, ਜਿੱਥੇ ਤੱਕ ਕੇਜਰੀਵਾਲ ਉਹਨਾਂ ਦੇ ਉਸ ਘਰ ਦੀ ਗੱਲ ਹੈਗੀ ਹੈ, ਘਰ ਦੇ ਚਰਚੇ ਬੜੇ ਹੋਏ। ਉਹ ਕਹਿੰਦੇ ਆ ਵੀ 45 ਕਰੋੜ ਖਰਚ ਤੇ ਹੁਣ ਇੱਕ ਫਿਗਰ ਹੋਰ ਨਿਕਲ ਕੇ ਆਈ ਹੈ ਜਿਹੜੀ ਵਿਜੀਲੈਂਸ ਵਿਭਾਗ ਦਿੱਲੀ ਨੇ ਇੱਕ ਰਿਪੋਰਟ LG VK ਸਕਸੈਨਾ ਉਹਨਾਂ ਨੂੰ ਭੇਜੀ ਸੀ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਟੋਟਲ ਖਰਚਾ ਕੇਜਰੀਵਾਲ ਉਹਨਾਂ ਦੀ ਉਸ ਕੋਠੀ ਜਿਹੜੀ ਇੱਕ ਚਰਚਾ ਦਾ ਵਿਸ਼ਾ ਬਣੀ ਹੈ ਉਹਦੇ ਵਿੱਚ 52 ਕਰੋੜ 71 ਲੱਖ ਰੁਪਏ ਖਰਚ ਹੋਏ। ਹਾਲਾਂਕਿ ਇਸ ਤੋਂ ਪਹਿਲੇ ਅਜੇ ਮਾਕਨ ਉਹਨਾਂ ਨੇ 171 ਕਰੋੜ ਦੀ ਫਿਗਰ ਦਿੱਤੀ ਸੀਗੀ ਔਰ ਉਹਨਾਂ ਨੇ ਤੇ ਇਹ ਵੀ ਦੱਸਿਆ ਕਿ ਇਹਨਾਂ 52 ਕਰੋੜ 171 ਲੱਖ ਵਿੱਚੋਂ 33 ਕਰੋੜ 49 ਲੱਖ ਰੁਪਏ ਤੇ ਘਰ ਦੇ ਵਿੱਚ ਹੋਏ ਔਰ 19 ਕਰੋੜ 22 ਲੱਖ ਰੁਪਏ ਉਸ ਕੈਂਪ ਆਫਿਸ ਦੇ ਵਿੱਚ ਹੋਏ, ਜਿਹਦੇ ਵਿੱਚ ਕੇਜਰੀਵਾਲ ਉਹਨਾਂ ਕਦੀ ਕਦੀ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਮਿਲਦੇ ਨੇ। ਹੁਣ ਇਹ ਰਿਪੋਰਟ ਨਰੇਸ਼ ਕੁਮਾਰ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਦਿੱਲੀ ਦੇ, ਉਹਨਾਂ ਨੇ ਭੇਜਤੀ VK ਸਕਸੈਨਾ ਉਹਨਾਂ ਨੂੰ ਔਰ VK ਸਕਸੈਨਾ ਉਹਨਾਂ ਨੇ ਮਈ 24 ਨੂੰ ਇੱਕ ਚਿੱਠੀ ਲਿਖੀ ਕੈਗ ਨੂੰ ਕਿ ਵੀ ਇਹਦੀ ਜਾਂਚ ਕਰੋ, ਡਟ ਕੇ ਜਾਂਚ ਕਰੋ, ਇਹਦੇ ਵਿੱਚ ਕੁਝ ਨਾ ਕੁਝ ਇਰੈਗੂਲਰਿਟੀਜ਼ ਲੱਗਦੀ ਹੈ। ਕਿਉਂਕਿ ਨਰੇਸ਼ ਕੁਮਾਰ ਉਹਨਾਂ ਨੇ ਵੀ ਇਹ ਰਿਕਮੈਂਡੇਸ਼ਨ ਕੀਤੀ ਸੀ ਵੀ ਇਹਦੇ ਵਿੱਚ ਕਾਫੀ ਕੁਝ ਘਪਲਾ ਹੋ ਸਕਦਾ ਹੈ। ਹਾਲਾਂਕਿ ਕੇਜਰੀਵਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਦੀ ਜਾਂਚ ਪਹਿਲੇ ਹੋ ਚੁੱਕੀ ਹੈ। ਪਿਛਲੇ ਸਾਲ ਕੈਗ ਨੇ ਇੱਕ ਡਿਟੇਲਡ ਚੈਕਿੰਗ ਇਹਨਾਂ ਸਾਰੇ ਫੰਡਾਂ ਦੇ ਵਿੱਚ ਕੀਤੀ ਸੀ ਤੇ ਕੋਈ ਇਰੈਗੂਲਰਿਟੀਜ਼ ਨਹੀਂ ਮਿਲੀ ਸੀਗੀ। ਪਰ ਹੁਣ ਕਿਉਂਕਿ ਲੈਟਰ VK ਸਕਸੈਨਾ ਦੀ ਤਰਫੋਂ ਗਿਆ ਔਰ ਉਹ ਵੀ ਕੈਗ ਨੂੰ, ਤੇ ਫਿਰ ਐਕਸ਼ਨ ਤੇ ਹੋਣਾ ਹੀ ਸੀਗਾ। ਹੁਣ ਕੈਗ ਨੇ ਪੂਰੀ ਤਿਆਰੀ ਕਰ ਲਈ ਹੈ, ਇੱਕ ਇੱਕ ਪੈਸੇ ਦਾ ਹਿਸਾਬ ਕਰਨਗੇ ਤੇ ਇੱਕ ਆਪਣੀ ਇੱਕ ਕੰਪਰੀਹੈਂਸਿਵ ਰਿਪੋਰਟ ਦੇਣਗੇ। ਜਿਹੜੇ ਕੇਜਰੀਵਾਲ ਸਾਹਿਬ ਦੇ ਇੱਕ ਸ਼ੀਸ਼ ਮਹਿਲ ਦੇ ਉੱਤੇ ਪੈਸੇ ਲੱਗੇ ਨੇ, ਟਾਇਲਟ ਤੋਂ ਲੈ ਕੇ ਬੈਡਰੂਮਾਂ ਤੱਕ ਦੀ ਚੈਕਿੰਗ ਹੋਏਗੀ ਵੀ ਕਿੱਥੇ ਕਿੰਨੇ ਪੈਸੇ ਲੱਗੇ ਔਰ ਉਹ ਜਿਹੜੇ ਬਾਰਬੀਕਿਊ ਹੈ ਉਹਦੀ ਵੀ ਸ਼ਾਇਦ ਚੈਕਿੰਗ ਚੁਕਿੰਗ ਜੀ ਹੋ ਜਾਏ ਵੀ ਇਹ ਪੈਸੇ ਇੰਨੇ, ਇਸ ਗੱਲ ਦੀ ਲੋੜ ਕਿੰਨੀ ਸੀਗੀ। ਪਰ ਇਹ ਚੈਕਿੰਗ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਕੇਜਰੀਵਾਲ ਉਹਨਾਂ ਨੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਹੈ LG VK ਸਕਸੈਨਾ ਦੇ ਉੱਤੇ। ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਪ੍ਰਗਤੀ ਮੈਦਾਨ ਦੇ ਕੋਲ ਇੱਕ ਲੁੱਟ ਹੋਈ ਸੀ, ਉਸ ਲੁੱਟ ਦਾ ਜ਼ਿਕਰ ਕਰਕੇ ਉਹਨਾਂ ਨੇ ਕਿਹਾ ਕਿ ਸਕਸੈਨਾ ਸਾਹਿਬ ਜੇ ਦਿੱਲੀ ਨਹੀਂ ਸਾਂਭ ਸਕਦੇ ਨਾ ਤੇ ਸਾਨੂੰ ਦੇ ਦਿਓ, ਅਸੀਂ ਦਿੱਲੀ ਦੀ ਪੁਲਿਸ ਅਗਰ ਸਾਡੇ ਹੱਥ 'ਚ ਹੋਏ ਤੇ ਲਾਅ ਐਂਡ ਆਰਡਰ ਨੂੰ ਐਂ ਕਰ ਦਾਂਗੇ ਜਿੱਦਾਂ ਬਈ ਰਾਮ ਰਾਜਿਆ ਹੋਏ। ਹੁਣ ਇਹ ਗੱਲਾਂ, ਹੁਣ ਕੈਗ ਦੀ ਜਾਂਚ, ਕੇਜਰੀਵਾਲ ਉਹਨਾਂ ਦਾ LG ਉਹਨਾਂ ਦੇ ਉੱਤੇ ਅਟੈਕ ਔਰ LG ਸਕਸੈਨਾ ਸਾਹਿਬ ਦੀ ਬਾਰ-ਬਾਰ ਚਿੱਠੀਆਂ ਕੇਂਦਰ ਵੱਲ ਭੇਜਣੀ ਕਿ ਵੀ ਐਕਸਾਈਜ਼ ਪਾਲਿਸੀ ਤੋਂ ਲੈ ਕੇ ਆ ਜਿਹੜੇ ਹੁਣ ਉਹਨਾਂ ਦੇ ਘਰ ਦੀ ਵੀ ਜਾਂਚ ਉਹ ਦੁਬਾਰਾ ਕਰਨ ਵਾਸਤੇ ਕਹਿ ਦਿੱਤਾ। ਤੇ ਦੁੱਖ ਤੇ ਹੁੰਦਾ ਹੈ ਕਿ ਘਰ ਵਿੱਚ ਪੈਸਾ ਲਾਇਆ, ਸਰਕਾਰੀ ਘਰ ਹੈ, ਕੱਲ ਨੂੰ ਮੁੱਖ ਮੰਤਰੀ ਨਹੀਂ ਵੀ ਰਹਿਣਗੇ ਤੇ ਇਸ ਸ਼ੀਸ਼ ਮਹਿਲ ਦੇ ਵਿੱਚ ਹੋ ਸਕਦਾ ਹੈ ਕੋਈ ਭਾਜਪਾ ਦਾ ਲੀਡਰ ਰਹੇ ਜਾਂ ਫਿਰ ਹੋ ਸਕਦਾ ਹੈ ਕਿ ਕਾਂਗਰਸ ਦਾ ਕੋਈ ਨਵਾਂ ਮੁੱਖ ਮੰਤਰੀ ਰਹੇ। ਉਹ ਕਹਿੰਦੇ ਨੇ ਮੇਰਾ ਆਪ ਦਾ ਘਰ ਨਹੀਂ ਹੈਗਾ, ਮੈਂ ਤੇ ਉਹ ਵੈਗਨਆਰ ਵਾਲੀ ਵਾਪਿਸ ਜਾਊਂਗਾ ਜੇ ਮੈਂ ਇਸ ਮੁੱਖ ਮੰਤਰੀ ਦੀ ਪੋਸਟ ਤੋਂ ਹਟਦਾ। ਪਰ ਇਹ ਸਾਰੀ ਗੱਲਾਂ ਹੁਣ ਸਿਆਸੀ ਤੌਰ ਤੇ ਅੱਗੇ ਵਧਦੀਆਂ ਹੋਈ ਨਜ਼ਰ ਆਉਂਦੀ। ਇੰਦਰਪ੍ਰੀਤ ਜੀ, ਵੈਸੇ ਜੇ ਦੇਖਿਆ ਜਾਵੇ ਜਾਂਚ ਦਾ ਵਿਸ਼ਾ ਇਹ ਵੀ ਹੁੰਦਾ, ਕਈ ਵਾਰੀ ਥੋੜਾ ਮੈਂ ਸੀਰੀਅਸ ਹੋਵਾਂ ਕਿ ਜਾਂਚ ਦਾ ਵਿਸ਼ਾ ਇਹ ਵੀ ਹੁੰਦਾ ਕਿ ਜਿਹੜਾ ਉਹਦਾ ਡਿਜ਼ਾਈਨ ਹੈ, ਜਿਹੜਾ ਉਹਦਾ ਪਲਾਨ ਹੈਗਾ ਘਰ ਦਾ, ਉਹਦੇ ਵਿੱਚ ਇਨਪੁਟਸ ਕਿਹਦੀਆਂ, ਕੀ ਮਹਿਕਮੇ ਨੇ ਉਹ ਡਿਜ਼ਾਈਨ ਬਣਾਇਆ ਜਾਂ ਮੁੱਖ ਮੰਤਰੀ ਦੀ ਮਰਜ਼ੀ ਸੀ। ਦੋ ਗੱਲਾਂ ਹੁੰਦੀਆਂ ਕਿ ਤੁਸੀਂ ਕੀ ਕੀ ਮੰਗ ਕਰ ਰਹੇ ਹੋ, ਕੀ ਤੁਹਾਡੀ ਡਿਮਾਂਡ ਹੈ, ਰਿਕੁਆਇਰਮੈਂਟ ਕੀ ਆ। ਇੱਕ ਆਮ ਘਰ ਜਿਹੜਾ ਉਹਦੀ ਕੀ ਕੋਈ ਲਿਮਿਟ ਵੀ ਹੁੰਦੀ ਹੈ ਕਿ ਕਿਸੇ MP, ਮੁੱਖ ਮੰਤਰੀ ਜਾਂ ਕਿਸੇ PM, ਈਵਨ ਕੇਂਦਰੀ ਵਜ਼ੀਰ, ਇਹਨਾਂ ਦੇ ਘਰਾਂ ਦੇ ਉੱਤੇ ਰੈਨੋਵੇਟ ਕਰਨ ਦੇ ਖਰਚੇ ਨੂੰ ਕੋਈ ਲਿਮਟ ਵੀ ਕੀਤਾ ਗਿਆ ਕਿ ਇੰਨੇ ਕੁ ਕਰ ਸਕਦੇ ਤੋਂ ਵੱਧ ਨਹੀਂ। ਮਤਲਬ ਇਹ ਹੈ ਕਿ ਜੇ ਹੁਣ ਇਹਦੀ ਜਾਂਚ ਵਿਜੀਲੈਂਸ ਕਰ ਰਹੀ ਆ ਜਾਂ ਕੈਗ ਕਰੇਗੀ ਤਾਂ ਕੀ ਉਹ ਅਧਿਕਾਰੀ ਜਿਨ੍ਹਾਂ ਨੇ ਇਹਨੂੰ ਬਣਾਇਆ ਉਹ ਇਹ ਦੱਸਣਗੇ ਕਿ ਇੰਨਾ ਮਹਿੰਗਾ ਘਰ ਕਿਹਦੀ ਮੰਗ ਤੇ ਬਣਾਇਆ ਗਿਆ। ਕੀ ਉਹ ਅਧਿਕਾਰੀਆਂ ਦਾ ਵਿਵੇਕ ਸੀ ਕਿ ਇੱਕ ਮੁੱਖ ਮੰਤਰੀ ਨੂੰ ਏਡੇ
ਮਹਿੰਗੇ ਘਰ 'ਚ ਹੀ ਰਹਿਣਾ ਬਣਦਾ। ਦੂਜੀ ਗੱਲ, ਉਹਦੇ ਪਰਦੇ ਇਹੋ ਜਿਹੇ ਹੀ ਹੋਣੇ ਚਾਹੀਦੇ ਆ। ਬਾਰਬੀਕਿਊ ਦਾ ਭਾਸਕਰ ਸਾਹਿਬ ਨੇ ਜ਼ਿਕਰ ਕੀਤਾ, ਮੈਨੂੰ ਪਤਾ ਨਹੀਂ ਇਹਦੇ ਬਾਰੇ, ਇਹਨਾਂ ਡਿਟੇਲ ਪੜ੍ਹੀ ਹੋਊਗੀ। ਹੁਣ ਜੇ ਇਹੋ ਜਿਹੀਆਂ ਚੀਜ਼ਾਂ ਨੇ ਤੇ ਉਹ ਕਿਹਦੀ ਮੰਗ ਤੇ ਆਈਆਂ? ਜੇ ਤਾਂ ਉਹਨਾਂ ਅਧਿਕਾਰੀਆਂ ਦੇ ਵਿਵੇਕ ਤੇ ਆ ਕਿ ਇਹ ਹੋਣਾ ਚਾਹੀਦਾ ਇੱਕ ਮੁੱਖ ਮੰਤਰੀ ਦੇ ਘਰ ਦੇ ਵਿੱਚ, ਤਾਂ ਫਿਰ ਉਹ ਜਵਾਬਦੇਹ ਹੋਣਗੇ। ਤੇ ਜੇਕਰ ਉਹ ਅਧਿਕਾਰੀ ਜਿਹੜੇ ਇਹਨੂੰ ਪਲਾਨ ਕਰ ਰਹੇ ਸੀ, ਕੰਸਟਰਕਟ ਕਰ ਰਹੇ ਸੀ, ਜਿਹੜੇ ਇਹਦੀ ਨਿਗਰਾਨੀ ਕਰ ਰਹੇ ਸੀਗੇ, ਜਿਹੜੇ ਆਰਡਰਸ ਦੇ ਰਹੇ ਸੀਗੇ ਵੀ ਆਹ ਚਾਹੀਦਾ, ਉਹ ਜਾਂ ਦੱਸਣਗੇ ਕਿ ਇਹ ਉਹਨਾਂ ਦਾ ਹੀ ਸੀ ਜਾਂ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਇਹ ਵੀ ਚਾਹੀਦਾ, ਇਹ ਵੀ ਚਾਹੀਦਾ। ਸੋ ਕਈ ਵਾਰੀ ਇਦਾਂ ਵੀ ਹੋ ਜਾਂਦਾ ਨਾ ਕਿ ਜਿਹੜੀ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਦਾ ਮਾਮਲਾ ਵੀ ਇਹਦੇ ਚ ਆ ਸਕੂਗਾ ਕਿ ਨਹੀਂ ਆ ਸਕੂਗਾ। ਗੱਲ ਥੋੜੀ ਜਿਹੀ ਤੋਰਿਓ, ਕਿਉਂਕਿ ਕਾਫੀ ਕੰਪਲੈਕਸ ਮਾਮਲਾ ਹੈ, ਗੁੰਝਲਦਾਰ। ਪਹਿਲੀ ਨਜ਼ਰੇ ਇੰਜ ਲੱਗਦਾ ਵੀ ਇਹ ਚ ਗਲਤ ਕੀ ਹੈ ਯਾਰ, ਇੱਕ ਮੁੱਖ ਮੰਤਰੀ ਦੇ ਘਰ ਤੇ ਲੱਗੇ ਸਰਕਾਰੀ ਘਰ ਹੈ, ਜਿੰਨੇ ਦਿਨ ਮੁੱਖ ਮੰਤਰੀ ਆ ਉਹਦਾ, ਉਸ ਤੋਂ ਬਾਅਦ ਉਹ ਸਰਕਾਰੀ ਹੈ, ਉਹਨੇ ਕਿਹੜਾ ਕੋਈ ਚੁੱਕ ਕੇ ਲੈ ਜਾਣਾ। ਇੱਥੇ ਚੰਡੀਗੜ੍ਹ ਦੇ ਵਿੱਚੋਂ ਵੱਡੇ ਵੱਡੇ ਬੰਦੇ ਕਹਿੰਦੇ ਸੋਫੇ ਲੈ ਗਏ ਸੀ ਐਂਟੀਕ ਕਿਸਮ ਦੇ, ਉਹਨਾਂ ਦਾ ਰੌਲਾ ਪੈਂਦਾ ਰਿਹਾ, ਖੌਰੇ ਦੇ ਗਏ ਹੋਣ, ਆਂਦੇ ਪੈਸੇ ਲੈ ਲਿਓ, ਜਾਂ ਕੇਜਰੀਵਾਲ ਸਾਹਿਬ ਉਹਨਾਂ ਨੇ ਚਲੇ ਤਾਂ। ਸੋ ਕੀ ਇਹਦਾ ਇੱਕ ਇਹ ਵੀ ਐਂਗਲ ਆ ਕਿ ਇਹ ਵੀ ਆਪਣੇ ਤਰ੍ਹਾਂ ਦਾ ਇੱਕ ਭ੍ਰਿਸ਼ਟਾਚਾਰ ਹੀ ਹੈ ਕਿ ਤੁਸੀਂ ਗਵਰਨਮੈਂਟ ਦਾ 10 ਕਰੋੜ ਚ ਸਰਨ ਵਾਲਾ ਕੰਮ 53 ਜਾਂ 52 ਜਿੰਨਾ ਵੀ ਕਹਿ ਰਹੇ ਵਟਸਐਵਰ ਕਥਿਤ, ਮੈਂ ਕਹੂੰਗਾ ਜਿਹੜੇ ਦੋਸ਼ ਲੱਗ ਰਹੇ। ਹਾਂਜੀ ਰੰਧਾਵਾ ਸਾਹਿਬ, ਇਹ ਗੱਲ ਇੰਪੋਰਟੈਂਟ ਹੀ ਸਿਰਫ ਇਸ ਕਰਕੇ ਹੈ ਕਿ ਜਿਹੜੀ ਗੱਲ 10 ਕਰੋੜ ਚ ਹੋ ਸਕਦੀ ਸੀ ਜਾਂ 5 ਕਰੋੜ ਚ ਹੋ ਸਕਦੀ ਸੀ, ਉਹਨੂੰ ਤੁਸੀਂ 52 ਕਰੋੜ ਚ ਕਰਾਇਆ ਹੈ। ਇਹੀ ਚਰਚਾ, ਇਸੇ ਕਰਕੇ ਹੀ ਚਰਚਾ ਹੈ। ਤੁਹਾਨੂੰ ਯਾਦ ਹੋਊਗਾ ਜਦੋਂ ਸ਼ੀਲਾ ਦੀਕਸ਼ਿਤ ਹੋਣਾ ਨੇ ਇੱਕ ਪੁਲ ਦਾ ਨਿਰਮਾਣ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਆ ਕੇ ਟੈਂਡਰ ਚੇਂਜ ਕੀਤੇ, ਉਹੀ ਪੁਲ ਦੇ ਨਿਰਮਾਣ ਦੇ ਵਿੱਚ 30 ਕਰੋੜ ਰੁਪਏ ਘਟ ਗਿਆ ਸੀ। ਤੇ ਇਹਨਾਂ ਨੇ, ਕੇਜਰੀਵਾਲ ਹੋਰਾਂ ਨੇ ਕਿਹਾ ਸੀ ਵੀ ਇੱਥੇ ਹੁੰਦਾ ਭ੍ਰਿਸ਼ਟਾਚਾਰ, ਅਸੀਂ ਇਸ ਭ੍ਰਿਸ਼ਟਾਚਾਰ ਨੂੰ ਨਕੇਲ ਪਾ ਕੇ ਲੋਕਾਂ ਨੂੰ ਦਵਾਂਗੇ ਪੈਸਾ। ਪਰ ਹੁਣ ਫਿਰ ਉਹੀ ਸੇਮ ਗੱਲ ਉਹਨਾਂ ਦੇ ਉੱਤੇ ਆ ਗਈ ਹੈ ਵੀ 10 ਕਰੋੜ ਰੁਪਏ ਜਿੱਥੇ ਖਰਚ ਹੋ ਸਕਦਾ ਉੱਥੇ 53 ਕਰੋੜ ਖਰਚ ਕੀਤਾ। ਫਿਰ ਕੀ ਇਹ ਕਰਪਸ਼ਨ ਨਹੀਂ ਹੈ? ਜਿਹੜੀ ਗੱਲ ਤੁਸੀਂ ਪੁੱਛੀ ਹੈ ਵੀ ਕੀ ਹੋ ਸਕਦਾ ਹੈ, ਦੇਖੋ ਜਦੋਂ ਇੱਕ ਨਿਯਮ ਨੇ ਬਣੇ ਹੋਏ ਕਿ ਇੱਕ ਘਰ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਔਰ ਕੀ ਕੀ ਸਰਕਾਰ ਵੱਲੋਂ ਦਿੱਤਾ ਜਾਣਾ ਹੈ, ਉਹਦੇ ਵਿੱਚ ਸਪੋਜ਼ ਕਰੋ ਜਿਵੇਂ ਉਹਨਾਂ ਨੇ ਕਿਹਾ ਜੀ ਇੱਕ ਬੈੱਡ ਹੋਣਾ ਚਾਹੀਦਾ ਹੈ, ਬੈੱਡ ਪੱਖੇ ਹੋਣੇ ਚਾਹੀਦੇ, 2 ਏਸੀ ਲੱਗੇ ਹੋਣੇ ਚਾਹੀਦੇ, ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਪਰ ਹੁਣ ਉਹਦੇ ਵਿੱਚ ਇਹ ਵੀ ਜੇ ਏਸੀ ਲੱਗਿਆ ਹੋਣਾ ਚਾਹੀਦਾ, ਏਸੀ ਲੱਗਿਆ ਹੋਣਾ ਚਾਹੀਦਾ ਹੈ, ਏਸੀ ਕਿੰਨੇ ਵਾਲਾ ਹੋਣਾ ਚਾਹੀਦਾ ਹੈ, ਇਹਦੀ ਕੋਈ ਉਹ ਨਹੀਂ ਰੱਖੀ ਹੋਈ। ਐਸੇ ਤਰ੍ਹਾਂ ਹੀ ਬੈੱਡ ਕਿੰਨੇ ਵਾਲਾ ਹੋ ਸਕਦਾ, ਬੈੱਡ ਤਾਂ ਹੁਣ 5000 ਰੁਪਏ ਦਾ ਵੀ ਆ ਜਾਂਦਾ ਤੇ 5 ਲੱਖ ਦਾ ਵੀ ਆ ਜਾਂਦਾ, ਹੋ ਸਕਦਾ 50 ਲੱਖ ਦਾ ਵੀ ਆਉਂਦਾ ਹੋਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਇਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਵਿਵੇਕ ਦੇ ਉੱਤੇ ਨੇ। ਹਾਂ, ਦੂਜੀ ਗੱਲ ਇਹ ਹੈਗੀ ਹੈ ਕਿ ਇਸ ਤਰ੍ਹਾਂ ਦਾ ਕੋਈ ਰਿਟਰਨ ਚ ਨਹੀਂ ਕੋਈ ਦਊਗਾ। ਜਦੋਂ ਵੀ ਕੋਈ ਸੀਐਮ ਵਗੈਰਾ ਕੋਈ ਆਰਡਰ ਕਰਦੇ ਨੇ ਇਸ ਕਿਸਮ ਦੇ, ਉਹ ਮੌਖਿਕ ਕਰਦੇ ਆ, ਮਤਲਬ ਜ਼ੁਬਾਨੀ ਕਰਤਾ ਵੀ ਹਾਂ ਜੀ ਇਸ ਤਰ੍ਹਾਂ ਦਾ ਲਗਾ ਦਿਓ, ਤੇ ਉਹ ਲਗਾ ਦੇਣਗੇ ਕਿਉਂਕਿ ਉਹ ਤਾਂ ਉਹਨਾਂ ਦੇ ਅਧੀਨਸਥੀ ਨੇ ਨਾ ਜੀ, ਉਹ ਸਬੋਰਡੀਨੇਟ ਨੇ, ਜ਼ਿਆਦਾ ਉਹ ਨਹੀਂ ਕਰ ਸਕਦੇ ਵਾਦ ਵਿਵਾਦ। ਔਰ ਖਾਸ ਤੌਰ ਤੇ ਕੇਜਰੀਵਾਲ ਬਾਰੇ ਤਾਂ ਇਹ ਕਿਹਾ ਹੀ ਜਾਂਦਾ ਕਿ ਉਹ ਜ਼ਿਆਦਾ ਵਾਦ ਵਿਵਾਦ ਲੈਂਦੇ ਵੀ ਨਹੀਂ ਆ। ਉਹ ਮਤਲਬ ਕਹਿਣ ਨੂੰ ਇਹ ਦਿਖਾਉਂਦੇ ਆ ਵੀ ਮੈਂ ਬਹੁਤ ਸਵਰਾਜ ਦਾ ਉਹ ਆ ਪੱਖਧਰ, ਲੇਕਿਨ ਹੈ ਨਹੀਂ ਹੈ। ਉਹਨਾਂ ਦੇ ਬਾਰੇ ਇਹ ਬਹੁਤ ਕਲੈਰਿਟੀ ਨਾਲ ਕਿਹਾ ਜਾਂਦਾ, ਜਿਹੜੇ ਵੀ ਅਫਸਰ ਉਹਨਾਂ ਨੂੰ ਮਿਲਦੇ ਹੈਗੇ ਆ ਵੀ ਉਹ ਆਰਡਰ ਦਿੰਦੇ ਹੀ ਨੇ, ਸੁਣਦੇ ਕਿਸੇ ਦੀ ਨਹੀਂ ਹੈਗੀ। ਤਾਂ ਮੈਨੂੰ ਨਹੀਂ ਲੱਗਦਾ ਵੀ ਉੱਥੇ ਕਿਸੇ ਨੇ ਫਿਰ ਇਹ ਆਰਗੂਮੈਂਟ ਕੀਤਾ ਹੋਊਗਾ ਜੀ ਵੀ 8 ਲੱਖ ਦਾ ਪਰਦਾ ਨਹੀਂ ਲੱਗ ਸਕਦਾ, ਕਿਉਂਕਿ ਪਰਦਾ ਤਾਂ ਲੱਗਣਾ ਹੈ, ਇਹ ਤਾਂ ਹੈ ਉਹਦੇ ਵਿੱਚ ਕਿ ਪਰਦੇ ਲਗਾਏ ਜਾਣੇ ਚਾਹੀਦੇ ਆ, ਪਰ ਉਹ ਪਰਦੇ ਕਿੰਨੇ ਦੇ ਹੋਣੇ ਚਾਹੀਦੇ ਆ, ਇਹਦੀ ਕੋਈ ਉਹ ਚੀਜ਼ ਨਹੀਂ ਰੱਖੀ ਹੋਈ। ਮੈਨੂੰ ਲੱਗਦਾ ਕਿ ਇਹੀ ਜਿਹੜੇ ਲੂਪ ਹੋਲਸ ਨੇ, ਸ਼ਾਇਦ ਇਹਦਾ ਫਾਇਦਾ ਉਠਾ ਕੇ ਜਿਹੜਾ 5 ਕਰੋੜ ਚ ਕੰਮ ਹੋ ਸਕਦਾ ਸੀ ਜਾਂ 10 ਕਰੋੜ ਚ ਕੰਮ ਹੋ ਸਕਦਾ ਸੀ, ਉਹਦੀ ਜਿਹੜੀ ਹੈਗੀ ਆ ਉਹ 53 ਕਰੋੜ ਤੱਕ ਪਹੁੰਚ ਗਿਆ। ਦੇਖੋ, ਆਮ ਤੌਰ ਤੇ ਮੰਨਿਆ ਜਾਂਦਾ ਕਿ ਜਦੋਂ ਦਿੱਲੀ ਵਰਗੀ ਜਗ੍ਹਾ ਤੇ ਕੋਈ ਤੁਸੀਂ ਘਰ ਲੈਣਾ ਤਾਂ ਉਹ 100 ਕਰੋੜ ਦਾ, 200 ਕਰੋੜ ਦਾ, 500 ਕਰੋੜ ਦਾ ਹੁੰਦਾ ਹੈ। ਉਹ ਇਸ ਕਰਕੇ ਹੁੰਦਾ ਹੈ ਕਿ ਉਸ ਜਗ੍ਹਾ ਦੀ ਕੀਮਤ ਬਹੁਤ ਹੈ, ਪਰ ਉਹਦੇ ਉੱਤੇ ਕੀ ਲੱਗਣਾ, ਇਹ ਤੇ ਸਾਡੇ ਤੁਹਾਡੇ ਘਰਾਂ ਵਾਂਗ ਹੀ ਹੈ ਕਿ ਉਹ ਤੁਸੀਂ 2 ਚ ਵੀ ਬਣਾ ਸਕਦੇ ਹੋ, 5 ਕਰੋੜ ਚ ਵੀ ਬਣਾ ਸਕਦੇ ਹੋ, 10 ਚ ਵੀ ਬਣਾ ਸਕਦੇ ਹੋ, ਤੇ ਜੇ ਨਵਜੋਤ ਸਿੰਘ ਸਿੱਧੂ ਵਰਗਾ ਬਣਾਉਣਾ ਹੋਵੇ ਤੇ ਹੋ ਸਕਦਾ 12-14 ਚ ਬਣ ਜੇ। ਪਰ ਹੁਣ ਸਵਾਲ ਇਸ ਗੱਲ ਦੇ ਉੱਤੇ ਖੜਾ ਹੈ ਕਿ ਇਸ ਵੇਲੇ ਜ਼ਿੰਮੇਵਾਰੀ ਕੀ ਫਿਕਸ ਹੋਊਗੀ। ਇਹ ਬੜਾ ਟੇਢਾ ਹੈ, ਪਰ ਇਹ ਵੀ ਟਿੰਡ ਚ ਕਾਨਾ ਜ਼ਰੂਰ ਪਿਆ ਰਹੂਗਾ। ਸਵਰਾਜ ਦੇ ਕਰਤਾ ਧਰਤਾ, ਇਨਕਲਾਬ ਦੇ ਹਾਮੀ ਜਦੋਂ ਇਸ ਤਰੀਕੇ ਨਾਲ ਪਛਾਣੇ ਜਾਣਗੇ ਤਾਂ ਇਮੇਜ ਦੇ ਉੱਤੇ ਹਰਫ ਤਾਂ ਆਉਂਦਾ। ਭਾਸਕਰ ਸਾਹਿਬ, ਆਪਣੇ ਗਵਰਨਰ ਸਾਹਿਬ ਨੂੰ ਜਿਹੜੇ ਹੁਣੇ ਸੈਸ਼ਨ ਹੋ ਕੇ ਹਟਿਆ, ਉਹਦੇ ਬਿੱਲ ਭੇਜੇ ਗਏ, ਪਤਾ ਲੱਗਿਆ। ਹੁਣ ਇਸੇ ਤਰ੍ਹਾਂ ਦੇ ਬਿੱਲ ਅਟਕੇ ਪਏ ਸੀ ਕੇਰਲ ਦੇ ਵਿੱਚ ਗਵਰਨਰ ਕੋਲੇ, ਉਹ ਤਾਂ ਮੇਰੇ ਖਿਆਲ ਉਹਨਾਂ ਨੇ ਛੋਟੀਆਂ-ਮੋਟੀਆਂ ਫਾਰਮੈਲਿਟੀ ਜਿਹੜੀਆਂ ਵਾਪਸ ਭੇਜਣੇ, ਰਾਏ ਲੈਣੀ, ਜੇ ਉਹ ਤੋਂ ਬਾਅਦ ਰਾਸ਼ਟਰਪਤੀ ਨੂੰ ਭੇਜ ਦਿੱਤੇ ਆ। ਇਹਨਾਂ ਦੋਨਾਂ 'ਚ ਸਮਾਨਤਾ ਕੀ ਆ? ਹੁਣ ਜਿਹੜੇ ਇਹ ਬਿੱਲ ਆ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਕਹਿ ਕੇ ਆਈ ਗਵਰਨਰ ਸਾਹਿਬ ਨੂੰ ਰੱਦ ਕਰੋ,
ਉਹ ਰੱਦ ਤੱਕ ਕਰ ਨਹੀਂ ਸਕਦੇ। ਮੈਨੂੰ ਜਿੰਨਾ ਕੁ ਸੰਵਿਧਾਨਕ ਇਹ ਦਾਇਰੇ ਨੇ ਉਹਨਾਂ 'ਚ ਉਹ ਰੱਦ ਤੱਕ ਕਰ ਨਹੀਂ ਸਕਦੇ, ਪਰ ਉਹਨਾਂ ਨੂੰ ਠੰਡੇ ਬਸਤੇ 'ਚ ਕੁਝ ਸਮੇਂ ਲਈ ਪਾ ਸਕਦੇ ਹੁੰਦੇ ਵੀ ਪਏ ਰਹਿਣ ਦਿਓ। ਮੈਨੂੰ ਦੱਸਿਓ ਜ਼ਰਾ ਇਹਨਾਂ ਦੋਨਾਂ ਦੀ ਸਮਾਨਤਾ। ਪੰਜਾਬ ਦੇ ਵਿੱਚ ਤੇ ਕੌਡੀ ਚੱਲਣ ਰਹੀ ਹੈ, ਤੇ ਇਸ ਕੌਡੀ ਦੇ ਵਿੱਚ ਕਿੰਨਾ ਕੁ ਖੜਾਕ ਹੋਣ ਵਾਲਾ ਹੋਰ? ਜਿੱਥੇ ਤੱਕ ਗਵਰਨਰ ਸਾਹਿਬ ਦੀ ਬਨਵਾਰੀ ਲਾਲ ਪੁਰੋਹਿਤ ਉਹਨਾਂ ਦੀ ਗੱਲ ਕਰੀਏ, ਤੇ ਇਸ ਵਿਧਾਨ ਸਭਾ ਦੇ ਵਿੱਚ 4 ਬਿੱਲ ਬੜੇ ਇੰਪੋਰਟੈਂਟ ਪਾਸ ਹੋਏ ਸੀ, ਜਿਹਦੇ ਵਿੱਚੋਂ ਗੁਰਦੁਆਰਾ ਅਮੈਂਡਮੈਂਟ ਬਿੱਲ ਐਕਟ 2023, ਪੰਜਾਬ ਪੁਲਿਸ ਐਕਟ 2007 ਦੇ ਵਿੱਚ ਅਮੈਂਡਮੈਂਟ, ਯੂਨੀਵਰਸਿਟੀ ਐਕਟ ਦੇ ਵਿੱਚ ਅਮੈਂਡਮੈਂਟ, ਤੇ ਫਿਰ ਐਫੀਲੀਏਟਡ ਕਾਲਜ ਦੇ ਵਿੱਚ ਅਮੈਂਡਮੈਂਟ। ਇਹ 4 ਬਿੱਲ ਟੋਟਲ ਪਾਸ ਹੋਏ ਸੀ। 4 ਵਿੱਚੋਂ 2 ਬਿੱਲ ਹਜੇ ਗਵਰਨਰ ਸਾਹਿਬ ਵੱਲ ਭੇਜੇ ਨੇ। ਉਹ 2 ਜਿਹੜੇ ਬਿੱਲ ਹਜੇ ਤੱਕ ਭੇਜੇ ਨੇ, ਉਹਦੇ ਵਿੱਚ ਗੁਰਦੁਆਰਾ ਅਮੈਂਡਮੈਂਟ ਐਕਟ 2023 ਤੇ ਦੂਜਾ ਪੰਜਾਬ ਪੁਲਿਸ ਐਕਟ 2007 ਦੇ ਵਿੱਚ ਅਮੈਂਡਮੈਂਟ ਜਿਹੜੀ ਕੀਤੀ ਹੈ, ਉਹ ਗਵਰਨਰ ਸਾਹਿਬ ਵੱਲ ਭੇਜ ਦਿੱਤੇ ਗਏ ਨੇ। ਫਿਲਹਾਲ ਯੂਨੀਵਰਸਿਟੀ ਐਕਟ, ਜਿਹਦੇ ਵਿੱਚ ਗਵਰਨਰ ਸਾਹਿਬ ਨੂੰ ਬਤੌਰ ਚਾਂਸਲਰ ਹਟਾਉਣ ਦੀ ਗੱਲ ਕੀਤੀ ਗਈ ਹੈ ਔਰ ਮੁੱਖ ਮੰਤਰੀ ਨੂੰ ਚਾਂਸਲਰ ਬਣਾਉਣ ਦੀ ਗੱਲ ਕੀਤੀ ਹੈ, ਹਜੇ ਰੋਕਿਆ ਹੋਇਆ ਹੈ। ਇਸ ਤੋਂ ਪਹਿਲੇ ਤੁਸੀਂ ਇਹ ਵੀ ਖਬਰ ਪੜ੍ਹੀ ਹੋਏਗੀ ਕਿ ਇਹ ਲੀਗਲ ਡਿਪਾਰਟਮੈਂਟ ਦੇ ਵਿੱਚ ਇੱਕ ਵਾਰ ਹੋਰ ਪਾਸ ਹੋਣ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਦੁਬਾਰਾ ਭੇਜੇ ਸੀਗੇ। ਉੱਥੋਂ ਇੱਕ ਵਾਰ ਦੁਬਾਰਾ ਪੁੱਠੇ ਸਿੱਧੇ ਕਰਕੇ ਚੈੱਕ ਕਰ ਲਏ ਕਿ ਇਹਦੇ ਵਿੱਚ ਕੋਈ ਗਲਤੀ ਤੇ ਨਹੀਂ, ਔਰ ਕਾਨੂੰਨੀ ਤੌਰ ਤੇ ਇਹ ਖੜੇ ਹੈ ਕਿ ਨਹੀਂ ਖੜੇ। ਕਿਤੇ ਗਵਰਨਰ ਸਾਹਿਬ ਨੇ ਸੁਪਰੀਮ ਕੋਰਟ ਭੇਜਤਾ ਤੇ ਸੁਪਰੀਮ ਕੋਰਟ ਨੇ ਸਾਡੇ ਇਹਨਾਂ ਬਿੱਲਾਂ ਨੂੰ ਰਿਜੈਕਟ ਨਾ ਕਰਤਾ ਤੇ ਕੁਝ ਹੋਰ ਗੱਲ ਨਾ ਬਣ ਜਾਏ। ਔਰ ਹੁਣ ਤੁਸੀਂ ਪੁੱਛਿਆ ਸਿਮਿਲੈਰਿਟੀਜ਼ ਕੀ ਹੈ, ਉਹ ਜਿਹੜੇ ਕੇਰਲਾ ਦੇ ਗਵਰਨਰ ਨੇ ਆਰਿਫ ਮੁਹੰਮਦ ਖਾਨ, ਉਹਨਾਂ ਨੇ ਉਹ ਜਿਹੜਾ ਚਾਂਸਲਰ ਵਾਲਾ ਬਿੱਲ ਹੈ ਨਾ, ਉਹਨਾਂ ਨੂੰ ਵੀ ਇਹੀ ਸੇਮ ਚਾਂਸਲਰ ਦੇ ਪਦ ਤੋਂ ਹਟਾਉਣ ਵਾਸਤੇ ਉੱਥੇ ਦੀ ਵਿਧਾਨ ਸਭਾ ਨੇ ਵੀ ਇੱਕ ਬਿੱਲ ਪਾਸ ਕੀਤਾ ਸੀ, ਔਰ ਇੱਕ ਹੋਰ ਬਿੱਲ ਪਾਸ ਕੀਤਾ ਸੀਗਾ ਲੋਕ ਆਯੁਕਤ ਦੀ ਪਾਵਰਸ ਨੂੰ ਡਾਇਲਿਊਟ ਕਰਨ ਵਾਸਤੇ। ਉਹਨਾਂ ਨੇ ਤੇ ਫੈਸਲਾ ਕਰ ਲਿਆ ਤੇ ਉਹ ਰਾਸ਼ਟਰਪਤੀ ਨੂੰ ਰੈਫਰ ਕਰਤੇ, ਕਿਉਂਕਿ ਖੁਦ ਨੂੰ ਚਾਂਸਲਰ ਦੀ ਪੋਸਟ ਤੋਂ ਹਟਾਏ ਜਾਣ ਵਾਲੇ ਬਿੱਲ ਦੇ ਉੱਤੇ ਉਹ ਖੁਦ ਸਾਈਨ ਕਿੱਦਾਂ ਕਰ ਸਕਦੇ ਸੀ, ਕਿਉਂਕਿ ਡਾਇਲਿਊਟ ਤੇ ਉਹਨਾਂ ਦੀ ਪਾਵਰਾਂ ਨੂੰ ਕੀਤਾ ਜਾ ਰਿਹਾ ਸੀ। ਤੇ ਹੁਣ ਰਾਸ਼ਟਰਪਤੀ ਵੱਲ ਉਹ ਬਿੱਲ ਭੇਜ ਦਿੱਤੇ ਗਏ ਨੇ। ਹੁਣ ਸਾਡੇ ਵਾਲੇ ਗਵਰਨਰ ਸਾਹਿਬ ਇਹਨਾਂ 2 ਬਿੱਲਾਂ ਦੇ ਉੱਤੇ, ਗੁਰਦੁਆਰਾ ਅਮੈਂਡਮੈਂਟ ਐਕਟ 2023 ਤੇ ਪੰਜਾਬ ਪੁਲਿਸ ਐਕਟ 2007, ਇਹਦੇ ਵਿੱਚ ਕੀ ਉਹ ਰਾਸ਼ਟਰਪਤੀ ਨੂੰ ਭੇਜਣਗੇ, ਕੀ ਇਹਦੇ ਉੱਤੇ ਸਾਈਨ ਕਰ ਦੇਣਗੇ? ਉਹ ਵੀ ਖਾਸ ਕਰਕੇ ਤਦ ਜਦ ਧਾਮੀ ਸਾਹਿਬ 2-4 ਦਿਨ ਪਹਿਲੇ ਹੀ ਮਿਲ ਕੇ ਹਟੇ ਨੇ ਔਰ ਜਨਰਲ ਇਜਲਾਸ ਜਿਹੜਾ ਐਸਜੀਪੀਸੀ ਦਾ ਉਹਦੇ ਉੱਤੇ ਮੋਰਚੇ ਲਾਉਣ ਤੱਕ ਦੀ ਗੱਲਾਂ ਤੁਰ ਪਈਆਂ। ਗਵਰਨਰ ਸਾਹਿਬ ਦਾ ਰੋਲ ਬੜਾ ਇੰਪੋਰਟੈਂਸ ਰੱਖਦਾ ਹੈ ਕਿ ਇਹ ਦੋਨੋਂ ਬਿੱਲ ਉਹ ਹੁਣ ਰਾਸ਼ਟਰਪਤੀ ਵੱਲ ਭੇਜਣਗੇ, ਇੱਕ ਨੂੰ ਸਾਈਨ ਕਰ ਦੇਣਗੇ, ਇੱਕ ਨੂੰ ਕਾਰਪੇਟ ਥੱਲੇ ਪਾ ਦੇਣਗੇ। ਇਹ ਹੁਣ ਦੇਖਣ ਵਾਲੀ ਗੱਲ ਹੈ। ਇੰਦਰਪ੍ਰੀਤ ਜੀ, ਵੈਸੇ ਤਾਂ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਇਹਨੂੰ ਰੱਦ ਕਰ ਚੁੱਕਿਆ ਤੇ ਗਵਰਨਰ ਨੂੰ ਤੋਂ ਰੱਦ ਕਰਨ ਦੀ ਮੰਗ ਕਰ ਚੁੱਕਿਆ, ਕੀ ਪੁਰਾਣੀਆਂ ਰਵਾਇਤਾਂ ਦਾ ਹਵਾਲਾ ਦੇ ਕੇ ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਇਸ ਐਕਟ ਸੋਧ ਐਕਟ ਨੂੰ ਜਿਹੜਾ ਹੈਗਾ ਇਹਨੂੰ ਵਾਪਸ ਭੇਜਣਗੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ? ਕਿਉਂਕਿ ਇੱਕ ਰਵਾਇਤ ਆ, ਟ੍ਰੈਡੀਸ਼ਨ ਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਨੂੰ ਭੇਜੇ ਜਾਂਦੇ, ਜਨਰਲ ਹਾਊਸ ਨੂੰ ਪਾਸ ਕਰਨ ਲਈ ਅਕਸਰ ਬਿੱਲ ਭੇਜੇ ਜਾਂਦੇ ਰਿਹਾ ਕੇਂਦਰ ਵੱਲੋਂ। ਕੇਂਦਰ ਰਾਏ ਜ਼ਰੂਰ ਲੈਂਦਾ ਰਿਹਾ ਸਦਾ ਇਹਨਾਂ ਦੀ। ਸੋ ਉਸ ਟ੍ਰੈਡੀਸ਼ਨ ਦੇ ਨਜ਼ਰੀਏ ਤੋਂ ਗਵਰਨਰ ਪੰਜਾਬ ਗਵਰਨਮੈਂਟ ਨੂੰ ਵਾਪਸ ਭੇਜ ਦੇਣਗੇ, ਇਹ ਲਿਖ ਕੇ ਪਹਿਲੀ ਨਜ਼ਰ ਦੇ ਵਿੱਚ। ਸੋ ਪਹਿਲੀ ਗੱਲ ਕਿ ਗਵਰਨਰ ਸਾਹਿਬ ਹੁਣ ਕੀ ਕਰਨਗੇ? ਰੰਧਾਵਾ ਸਾਹਿਬ, ਮੈਨੂੰ ਵੀ ਇਹੀ ਲੱਗਦਾ ਕਿ ਜਿਸ ਤਰ੍ਹਾਂ ਜਿਹੜਾ ਸਟੈਂਡ ਮੁਹੰਮਦ ਆਰਿਫ ਖਾਨ ਨੇ ਲਿੱਤਾ, ਉਸੇ ਤਰ੍ਹਾਂ ਦਾ ਹੀ ਸ਼ਾਇਦ ਇਹ ਮੌਜੂਦਾ ਇਹ ਸਾਡੇ ਵਾਲੇ ਗਵਰਨਰ ਵੀ ਲੈਣਗੇ, ਕਿਉਂਕਿ ਇਹਨਾਂ ਦੇ ਵਿੱਚ ਵੀ 2-3 ਕਾਨੂੰਨੀ ਨੁਕਤੇ ਤਾਂ ਹੈ ਹੀ ਨਹੀਂ। ਦੇਖੋ, ਉਹ ਕਾਨੂੰਨੀ ਜਾਣਕਾਰ ਹੀ ਇਹਦੇ ਬਾਰੇ ਜ਼ਿਆਦਾ ਇਹਦਾ ਦੱਸ ਸਕਦੇ, ਇਹਦੇ ਬਾਰੇ ਜਿਹੜਾ ਵਿਸਤਾਰ ਹੈ ਤਾਂ ਉਹੀ ਦੇ ਸਕਦੇ ਆ। ਇਹਦੇ 'ਚ ਇੱਕ ਸਵਾਲ ਤਾਂ ਜਿਹੜਾ ਖਾਸ ਤੌਰ ਤੇ ਜਿਹੜਾ ਐਸਜੀਪੀਸੀ ਵਾਲਾ ਹੈਗਾ, ਉਹਦੇ 'ਚ ਤਾਂ ਇਹ ਹੈਗਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ 1959 ਦੀ, ਜਿਸ 'ਚ ਨਹਿਰੂ ਤਾਰਾ ਪੈਕਟ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਆਇਆ ਹੋਇਆ, ਨਹਿਰੂ ਮਾਸਟਰ ਤਾਰਾ ਸਿੰਘ ਪੈਕਟ, ਮਾਸਟਰ ਤਾਰਾ ਸਿੰਘ ਪੈਕਟ ਜਿਹਨੂੰ ਆਪਾਂ ਕਹਿੰਦੇ ਆ, ਉਹ ਜਿਹੜਾ ਪੈਕਟ ਹੈਗਾ ਉਹ ਇਹ ਵਿਰੋਧ ਦੇ ਕਰਕੇ ਹੀ ਸੀ। ਉਦੋਂ ਦੀ ਮੌਜੂਦਾ ਸਰਕਾਰ ਜਿਹੜੀ ਪ੍ਰਤਾਪ ਸਿੰਘ ਕੈਰੋਂ ਵਾਲੀ ਸੀਗੀ, ਉਹਨਾਂ ਨੇ ਬਹੁਤ ਇੰਟਰਫੇਅਰ ਕਰਨਾ ਸ਼ੁਰੂ ਕਰਤਾ ਸੀਗਾ ਐਸਜੀਪੀਸੀ ਦੇ ਮਾਮਲਿਆਂ 'ਚ। ਤਾਂ ਇੱਕ ਬਹੁਤ ਵੱਡਾ ਜੱਥਾ ਇੱਥੋਂ ਦਿੱਲੀ ਗਿਆ ਸੀ ਵਿਰੋਧ ਕਰਨ। ਜਿਸ ਤਰ੍ਹਾਂ ਹੁਣ ਜਨਰਲ ਇਜਲਾਸ ਹੋਇਆ, ਇਸ ਤਰ੍ਹਾਂ ਦਾ ਇੱਕ ਬਹੁਤ ਵੱਡਾ ਜੱਥਾ ਉੱਥੇ ਜਵਾਹਰ ਲਾਲ ਨਹਿਰੂ ਕੋਲੇ ਗਿਆ ਸੀ। ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਸ਼ਾਂਤ ਕਰ ਕੀਤਾ ਉਹਨਾਂ ਨੂੰ ਵੀ ਨਹੀਂ, ਜੋ ਵੀ ਹੋਏਗਾ ਤੁਹਾਡੇ 2/3 ਬਹੁਮਤ ਨਾਲ, ਜਿਹੜਾ ਐਸਜੀਪੀਸੀ ਦਾ 2/3 ਬਹੁਮਤ ਹੈ, ਉਹਦੇ ਨਾਲ ਹੀ ਕੋਈ ਫੈਸਲਾ ਹੋਇਆ ਹੈ। ਪਰ 1966 ਚ, ਕਿਉਂਕਿ ਉਦੋਂ ਤੱਕ ਇਹ ਸਿਰਫ ਸਟੇਟ ਸਬਜੈਕਟ ਸੀ, ਲਾਹੌਰ ਚ ਬਣਿਆ ਸੀਗਾ, ਲਾਹੌਰ ਦੀ ਅਸੈਂਬਲੀ ਨੇ ਇਹਨੂੰ ਬਣਾਇਆ ਸੀ ਤੇ ਉਦੋਂ ਦੇ ਪੰਜਾਬ ਦੀ ਗੱਲ ਸੀ। ਪਰ ਬਾਅਦ ਚ ਜਦੋਂ 1966 ਚ ਡਿਵੀਜ਼ਨ ਹੋਈ ਹੈ, ਪੰਜਾਬ ਰੀਆਰਗੇਨਾਈਜੇਸ਼ਨ ਐਕਟ ਆਇਆ, ਉਸ ਤੋਂ ਬਾਅਦ ਇੰਟਰਸਟੇਟ ਬੋਡੀ ਬਣਿਆ। ਤੇ ਹੁਣ ਅੱਜ ਬੇਸ਼ੱਕ ਹਰਿਆਣਾ ਅਲੱਗ ਹੋ ਗਿਆ, ਲੇਕਿਨ ਹਜੇ ਵੀ यूटी और हिमाचल प्रदेश हजे भी
ਅਲੱਗ ਨੇ। ਇਹਦਾ ਮਤਲਬ ਇੰਟਰਸਟੇਟ ਤਾਂ ਇਹ ਹੈ ਹੀ ਹੈ। ਇੰਟਰਸਟੇਟ ਮਤਲਬ ਬੋਡੀ ਹੋਣ ਦੇ ਬਾਵਜੂਦ ਕੋਈ ਇੱਕ ਸਟੇਟ ਫੈਸਲਾ ਕਿਵੇਂ ਲੈ ਸਕਦੀ ਹੈ, ਇਹਦੇ ਉੱਤੇ ਇਹ ਕਾਨੂੰਨੀ ਪੇਚੀਦਗੀਆਂ ਹੈਗੀਆਂ ਨੇ, ਜੋ ਮੈਨੂੰ ਲੱਗਦਾ ਕਿ ਇਹ ਕਾਨੂੰਨੀ ਪੇਚੀਦਗੀਆਂ ਬਾਰੇ ਜਿਹੜੀ ਗਵਰਨਰ ਸਾਹਿਬ ਦੀ ਜਿਹੜੀ ਕਾਨੂੰਨੀ ਟੀਮ ਹੈ, ਲੀਗਲ ਟੀਮ ਹੈ, ਉਹ ਵੀ ਉਹਨਾਂ ਨੂੰ ਇਹ ਰਾਏ ਦੇਗੀ ਵੀ ਅਸੀਂ ਸਾਨੂੰ ਕਰਨ ਦੀ ਬਜਾਏ ਅਸੀਂ ਇਹ ਰਾਸ਼ਟਰਪਤੀ ਨੂੰ ਰੈਫਰ ਕਰ ਦਈਏ, ਉੱਥੇ ਹੀ ਇਹਦਾ ਕੁਝ ਦੇਖਿਆ ਜਾਵੇ। ਦੂਜੀ ਜਿਹੜਾ ਇਹਦਾ ਵਾਲਾ ਚਾਂਸਲਰ ਨੂੰ ਹਟਾਉਣ ਵਾਲਾ ਜਾਂ ਸ਼ਕਤੀਆਂ ਵਾਪਸ ਲੈਣ ਵਾਲਾ ਗੱਲ ਹੈ, ਉਹ ਵੀ ਮੈਨੂੰ ਲੱਗਦਾ ਕਿ ਉਹ ਇੱਕ ਅੱਛਾ ਠੀਕ ਫੈਸਲਾ ਹੈ ਜਾਂ ਠੀਕ ਸਟੈਂਡ ਹੈ ਕਿ ਅਗਰ ਮੈਨੂੰ ਆਪਣੇ ਬਾਰੇ ਕੋਈ ਫੈਸਲਾ ਲੈਣਾ ਹੈ ਕਿ ਯਾਰ ਮੇਰੀਆਂ ਸ਼ਕਤੀਆਂ ਕੋਈ ਘਟਾ ਰਿਹਾ ਜਾਂ ਵਧਾ ਰਿਹਾ, ਇਹਦੇ ਉੱਤੇ ਮੈਂ ਹੀ ਫੈਸਲਾ ਲਵਾਂ ਤਾਂ ਇਹ ਠੀਕ ਨਹੀਂ ਲੱਗਦਾ। ਇਹ ਅੱਛਾ ਕਿ ਕੋਈ ਹੋਰ ਬੰਦਾ ਫੈਸਲਾ ਲਵੇ। ਤੇ ਉਹ ਜਿਹੜਾ ਉੱਥੇ ਗਵਰਨਰ ਨੂੰ ਰਾਸ਼ਟਰਪਤੀ ਨੂੰ ਭੇਜ ਰਹੇ ਨੇ, ਉਹ ਵੀ ਮੈਨੂੰ ਲੱਗਦਾ ਇੱਕ ਠੀਕ ਹੈ। ਇਹਦੇ UPSC ਦਾ ਵੀ ਸੇਮ ਤਰ੍ਹਾਂ ਦਾ ਹੀ ਮਾਮਲਾ ਹੈ। ਜਿਹੜਾ UPSC ਜੋ ਅਸੀਂ DGP ਦਾ ਭੇਜਦੇ ਸੀਗੇ ਪੈਨਲ, ਉਹ ਵੀ ਕਿਉਂਕਿ ਸੁਪਰੀਮ ਕੋਰਟ ਦੇ ਆਰਡਰਸ ਨਾਲ ਬਣਿਆ ਸੀਗਾ, ਉਹਦੇ ਵਿੱਚ ਇੱਕ ਨੁਕਤਾ ਸੀ ਕਿ ਕਿਉਂਕਿ ਸਾਡੇ ਕੋਲੇ ਕੋਈ ਇਹੋ ਜਿਹੀ ਕਮੇਟੀ ਨਹੀਂ ਸੀ ਜੋ ਇਹ ਫੈਸਲਾ ਲੈ ਸਕੇ, ਤਾਂ ਉਦੋਂ ਤੱਕ ਉਹਨਾਂ ਨੇ ਕਿਹਾ ਵੀ ਇਹ UPSC ਨੂੰ ਭੇਜਿਆ ਜਾਇਆ ਕਰੇ। ਜਦੋਂ ਤੁਸੀਂ ਬਣਾ ਲੋਗੇ ਫਿਰ ਤੁਸੀਂ ਕਰ ਲਿਆ ਕਰਿਓ। ਇਹ ਵੀ ਹੁਣ ਕਾਨੂੰਨੀ ਨੁਕਤੇ ਦੇ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ ਵੀ ਕੀ ਇਹ ਵਾਲਾ ਜਿਹੜਾ ਫੈਸਲਾ ਹੈਗਾ, ਹੁਣ ਜਦੋਂ ਕਿ ਪੰਜਾਬ ਨੇ UPSC ਤੋਂ ਵੀ ਸ਼ਾਇਦ ਵੱਡੀ ਇੱਕ ਤਰ੍ਹਾਂ ਦੀ ਕਮੇਟੀ ਬਣਾਤੀ ਹੈ, ਜਿਸ 'ਚ ਬਹੁਤ ਸਾਰੇ ਮਹਿਕਮਿਆਂ ਦੇ ਬੰਦੇ ਹੈਗੇ ਨੇ, UPSC ਦੇ ਨੁਮਾਇੰਦੇ ਵੀ ਹੈਗੇ ਨੇ, ਹਾਈ ਕੋਰਟ ਦੇ ਜੱਜ ਵੀ ਉਹਨੂੰ ਚੇਅਰ ਕਰਨਗੇ। ਉਹ ਅਗਰ ਅਸੀਂ ਲਿੱਤੀ ਹੈ ਤਾਂ ਇੱਕ ਮਤਲਬ ਉਹਦਾ ਜਿਹਨੂੰ ਆਪਾਂ ਕਹਿੰਦੇ ਵੀ ਕਮੇਟੀ ਦਾ ਬਹੁਤ ਵਿਸਤਾਰ ਹੋ ਗਿਆ ਹੈ, ਤਾਂ ਉਹ ਕਮੇਟੀ ਅਗਰ ਫੈਸਲਾ ਲੈ ਸਕਦੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਇਹ ਫੈਸਲਾ ਤਾਂ ਸ਼ਾਇਦ ਗਵਰਨਰ ਸਾਹਿਬ ਨੂੰ ਇੱਥੇ ਹੀ ਕਰ ਲੈਣਾ ਚਾਹੀਦਾ ਹੈ। ਪਰ ਅਗਰ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਿਆ ਵੀ ਉਹਦੇ ਆਧਾਰ ਤੇ ਕਿਉਂਕਿ ਸਾਰੇ ਇਹ ਸਟੇਟਾਂ ਨੇ ਕਾਨੂੰਨ ਬਣਾਏ ਹੋਏ ਨੇ ਤੇ ਇਹ UPSC ਨੂੰ ਜਾਣਾ ਚਾਹੀਦਾ ਸੀ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਫਿਰ ਉਹ ਵਾਲਾ ਜਿਹੜਾ ਬਿੱਲ ਹੈਗਾ ਉਹ ਵੀ ਇਹ ਹੋਮ ਮਿਨਿਸਟਰੀ ਨੂੰ ਵਾਪਸ ਭੇਜਿਆ ਜਾਊਗਾ ਤਾਂ ਕਿ ਉਹ ਰਾਸ਼ਟਰਪਤੀ ਨੂੰ ਭੇਜ ਸਕਣ। ਸੋ ਇਹ ਕਾਨੂੰਨੀ ਪੇਚੀਦਗੀਆਂ ਹਜੇ ਹੈਗੀਆਂ ਨੇ। ਮੈਨੂੰ ਲੱਗਦਾ ਕਿ ਇਹ ਗਵਰਨਰ ਸਾਹਿਬ ਇਸ ਤੇ ਕੀ ਫੈਸਲਾ ਲੈਂਦੇ, ਉਹਨਾਂ ਦੀ ਲੀਗਲ ਟੀਮ ਹੀ ਉਹਨਾਂ ਨੂੰ ਰਾਏ ਦੇਗੀ ਕਿ ਉਹ ਲੈਣਗੇ। ਉਹਨਾਂ ਨੇ ਬਹੁਤ ਕਲੈਰਿਟੀ ਨਾਲ ਉਸ ਦਿਨ ਕਿਹਾ ਸੀਗਾ, ਜਿਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਹੋਏਗੀ, ਕਿ ਮੈਂ ਆਪਣੇ ਤੌਰ ਤੇ ਕੋਈ ਨਹੀਂ ਰੱਖੂੰਗਾ, ਜਿਹੜਾ ਵੀ ਬਿੱਲ ਮੇਰੇ ਤੋਂ ਪਾਸ ਹੋਣ ਜੋਗਾ ਹੋਇਆ, ਮੇਰੇ ਵਿਵੇਕ 'ਚ ਹੋਇਆ, ਉਹਨੂੰ ਮੈਂ ਪਾਸ ਕਰਨ ਲਈ ਕੋਈ ਟਾਈਮ ਨਹੀਂ ਲਗਾਊਂਗਾ। ਪਰ ਅਗਰ ਕੋਈ ਉਹ ਨਹੀਂ ਹੋਇਆ ਤਾਂ ਮੈਂ ਉਹਦੇ ਤੇ ਕਾਨੂੰਨੀ ਰਾਏ ਲੈ ਕੇ ਹੀ ਕੋਈ ਕੰਮ ਕਰੂੰਗਾ। ਨੋ ਡਾਊਟ 3 ਸੰਸਥਾਵਾਂ ਪੰਜਾਬ ਦੇ ਵਿੱਚ 1966 ਤੋਂ ਬਾਅਦ ਹੋਂਦ ਵਿੱਚ ਨੇ, ਜਿਨ੍ਹਾਂ ਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਕਿਹਾ ਜਾਂਦਾ, ਜਿਹਦੇ 'ਚ BBMB ਹੈ, ਪੰਜਾਬ ਯੂਨੀਵਰਸਿਟੀ ਆ, ਔਰ ਸ਼੍ਰੋਮਣੀ ਕਮੇਟੀ ਨੂੰ ਵੀ ਉਹਨਾਂ ਦਾਇਰਿਆਂ 'ਚ ਰੱਖਿਆ ਜਾਂਦਾ। ਤੇ ਇਹ ਪਲੀ ਤਾਂ ਲਈ ਜਾਊਗੀ। ਤੇ ਦੂਜਾ ਜਿਹੜਾ ਪੁਲਿਸ ਐਕਟ ਅਮੈਂਡਮੈਂਟ ਹੈਗੀ ਆ, ਉਹਨੂੰ ਵੀ ਇਸ ਤਰੀਕੇ ਨਾਲ ਹੀ ਮੈਨੂੰ ਲੱਗਦਾ ਰੈਫਰ ਹੀ ਕੀਤਾ ਜਾਊਗਾ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੋਰ ਉਹਨਾਂ ਨੂੰ ਇਨਵੋਲਵਮੈਂਟਸ ਵੀ ਹੈਗੀਆਂ ਨੇ। ਆਪਾਂ ਮਾਮਲਾ ਤਾਂ ਉਹ 3 ਤੇ 5,000 ਕਰੋੜ ਵਾਲਾ ਹੈ, ਪਰ ਉਸ ਤੋਂ ਪਹਿਲਾਂ ਕੱਲ ਇੱਕ ਦਿਲਚਸਪ ਗੱਲ ਹੁੰਦੀ ਹੈ, ਜਦੋਂ ਪਹਿਲੀ ਵਾਰੀ ਨਵਾਂ ਸੰਗਠਨ ਆਮ ਆਦਮੀ ਪਾਰਟੀ ਦਾ ਮਿਲਦਾ। ਹੁਣ ਸੱਤਾਧਾਰੀਆਂ ਦੀ ਖਬਰ ਨੂੰ ਲੈਣਾ ਤਾਂ ਬਣਦਾ, ਕਿਉਂਕਿ ਉਹਨਾਂ ਨੇ ਜਿਹੜਾ ਸਵਾਲ ਉਠਾਇਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਵੀ ਕਰਪਸ਼ਨ ਦੇ ਖਿਲਾਫ ਆ, ਉਹਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ। ਭਾਸਕਰ ਸਾਹਿਬ, ਇਸ ਖਬਰ ਨੂੰ ਹੁਣ ਮੈਂ ਕਿੱਦਾਂ ਲਵਾਂ? ਹੁਣ ਵੇਖਣ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ ਆਪਣਾ ਵਰਕਰ ਬੇਸ ਤਿਆਰ ਕਰਨ ਲਈ ਕਿਸ ਤਰੀਕੇ ਨਾਲ ਅੱਗੇ ਵਧੂਗੀ। ਲੋਕ ਆਪ ਮੁਹਾਰੇ ਆਉਣਗੇ ਜਾਂ ਇਹ ਦੂਜੀਆਂ ਪਾਰਟੀਆਂ ਨਾਲ ਸਿਧਾਂਤਕ ਤੌਰ ਤੇ ਜੁੜੇ ਲੋਕਾਂ ਨੂੰ ਨਾਲ ਜੋੜਨਗੇ। ਪਰ ਇੱਕ ਸ਼ਰਤ ਪੱਕੀ ਆ ਕਿ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਹੋਣੇ ਚਾਹੀਦੇ ਆ। ਸਾਰਾ ਪੰਜਾਬ ਅੰਦਰ ਝਾਤੀ ਮਾਰੇ, ਉਹੀ ਪਹਿਲੀ ਢੇਮ ਸੁੱਟੇ, ਡਾਂਗ ਮਾਰੇ ਜਿਹਨੇ ਕਦੀ ਗੁਨਾਹ ਨਾ ਕੀਤਾ ਹੋਵੇ। ਦੇਖੋ, ਸਿੱਧੀ ਗੱਲ ਹੈਗੀ ਹੈ। ਕੱਲ ਪ੍ਰਿੰਸੀਪਲ ਬੁੱਧਰਾਮ ਉਹਨਾਂ ਜਦ ਮੀਟਿੰਗ ਲੈ ਰਹੇ ਸੀਗੇ ਤਾਂ ਉਹਨਾਂ ਨੇ ਇੱਕ ਗੱਲ ਕੀਤੀ ਵੀ ਜਿੰਨੇ ਵੀ ਬੰਦੇ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਕਰਪਸ਼ਨ ਫਰੀ ਹੋ ਜਾਏ ਤੇ ਉਹ ਫਿਰ ਜੁਆਇਨ ਕਰ ਲੈਣ ਆਮ ਆਦਮੀ ਪਾਰਟੀ। ਇਹਦੇ ਨਾਲ ਮੈਨੂੰ 2-3 ਗੱਲਾਂ ਯਾਦ ਆ ਗਈ। ਇੱਕ ਗੱਲ ਤੇ ਇਹ ਯਾਦ ਆ ਗਈ ਕਿ ਇੱਕ ਰੇਲਵੇ ਦਾ ਨਾਰਾ ਹੁੰਦਾ ਸੀਗਾ, ਔਰ ਜਗ੍ਹਾ ਜਗ੍ਹਾ ਦੀਵਾਰਾਂ ਤੇ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਗੱਲ ਲਿਖੀ ਹੁੰਦੀ ਸੀ, ਰੇਲਵੇ ਔਰ ਗੰਦਗੀ ਵਿੱਚ ਛਿੜੀ ਹੈ ਜੰਗ, ਬੋਲੋ ਆਪ ਹੈ ਕਿਸਕੇ ਸੰਗ। ਹੁਣ ਦੱਸੋ ਤੁਸੀਂ, ਗੰਦਗੀ ਦੇ ਨਾਲ ਕੌਣ ਰਹਿਣਾ ਚਾਹੇਗਾ? ਇਹਦਾ ਮਤਲਬ ਸਾਰੇ ਲੋਕ ਹੁਣ ਰੇਲਵੇ ਦੇ ਨਾਲ ਹੀ ਹੋ ਗਏ। ਹੁਣ ਇੱਥੇ ਵੀ ਇਦਾਂ ਦਾ ਹੈਗਾ ਹੈ ਕਿ ਵੀ ਲਾਈਨਾਂ ਲੱਗੀ ਪਈ ਹੈ, ਭੀੜ ਹੈਗੀ ਹੈ, ਵੀ ਜਿਹੜੇ ਕਰਪਸ਼ਨ ਦੇ ਨਾਲ ਹੈਗੇ ਆ ਉਹ ਸਾਈਡ ਤੇ ਹੋ ਜਾਣ, ਜਿਹੜੇ ਕਰਪਸ਼ਨ ਦੇ ਖਿਲਾਫ ਹੈਗੇ ਨੇ ਉਹ ਦਾਇਆ ਹੋ ਜਾਣ। ਹਾਂਜੀ, ਫਿਰ ਗੰਦਗੀ ਵੀ ਰੇਲਵੇ ਦੇ ਨਾਲ ਹੀ ਹੋ ਗਈ। ਤੇ ਇਹ ਹਾਲਾਤ ਹੈਗੇ ਨੇ। ਹੁਣ ਬੁੱਧਰਾਮ ਉਹਨਾਂ ਦੀ ਇਹ ਗੱਲ ਕਹਿਣੀ, ਗੱਲ ਤੇ ਬੜੀ ਸਿਆਣੀ ਕੀਤੀ ਹੈ ਵੀ ਕਰਪਸ਼ਨ ਨੂੰ ਜਿਹੜੇ ਵੀ ਖਿਲਾਫ ਹੈਗੇ ਨੇ ਉਹ ਹੁਣ ਆਮ ਆਦਮੀ ਪਾਰਟੀ ਜੁਆਇਨ ਕਰਨ। ਹੁਣ ਇਹ ਸਮਝ ਲਓ
ਇਸ ਗੱਲ ਕਰਨ ਤੋਂ ਬਾਅਦ ਜਿਹੜਾ ਬੰਦਾ ਆਮ ਆਦਮੀ ਪਾਰਟੀ ਜੁਆਇਨ ਨਾ ਕਰੇ ਉਹ ਕਰਪਸ਼ਨ ਦੇ ਨਾਲ ਹੀ ਹੈਗਾ। ਇਸ ਤਰੀਕੇ ਨਾਲ ਵੀ ਤੁਸੀਂ ਗੱਲ ਨੂੰ ਲੈ ਸਕਦੇ ਹੋ। ਕੱਲ ਪਹਿਲੀ ਮੀਟਿੰਗ ਸੀਗੀ ਪ੍ਰਿੰਸੀਪਲ ਬੁੱਧ ਰਾਮ ਦਾ, ਚੰਗੀਆਂ ਗੱਲਾਂ ਕਰਨ ਦਾ ਫਰਜ਼ ਵੀ ਬੰਦਾ ਸੀ ਔਰ ਉਹਨਾਂ ਨੇ ਕੀਤੀਆਂ ਵੀ ਚੰਗੀਆਂ ਗੱਲਾਂ। ਹੁਣ ਇੱਕ ਹੋਰ ਵੀ ਮੈਨੂੰ ਇਨਸੀਡੈਂਟ ਯਾਦ ਆ ਗਿਆ, ਹਾਲਾਂਕਿ ਛੋਟਾ ਜਿਹਾ ਹੀ ਇਨਸੀਡੈਂਟ ਮੈਂ ਦੱਸੂਗਾ ਬੜੇ ਸ਼ਾਰਟ ਦੇ ਵਿੱਚ। ਅੰਬਾਲਾ ਦੇ ਵਿੱਚ ਬੰਬ ਬਲਾਸਟ ਹੋਇਆ, ਸਰਕਾਰ ਹੁੰਦੀ ਸੀ ਹਰਿਆਣਾ ਦੇ ਵਿੱਚ, ਰੇਲਵੇ ਦੇ ਵਿੱਚ ਬੰਬ ਬਲਾਸਟ ਹੋਇਆ, ਟ੍ਰੇਨ ਦੇ ਵਿੱਚ, ਗੋਲਡਨ ਟੈਂਪਲ ਦੇ ਵਿੱਚ, ਬਹੁਤ ਸਾਲ ਪਹਿਲੇ ਦੀ ਗੱਲ ਹੈਗੀ ਹੈ। ਉੱਥੇ ਚੌਟਾਲਾ ਸਾਹਿਬ ਆਏ ਔਰ ਮੀਡੀਆ ਚੌਟਾਲਾ ਸਾਹਿਬ ਨੂੰ, ਮੁੱਖ ਮੰਤਰੀ ਹੁੰਦੇ ਸੀਗੇ, ਕਿ ਦੱਸੋ ਚੌਟਾਲਾ ਸਾਹਿਬ ਤੁਹਾਨੂੰ ਕੀ लगता है ਇਹਦੇ ਵਿੱਚ ਕੀ ਹੱਥ है? कहना देखो भाई एक बात तो मैं बता दूं, जिसने भी ये बम ब्लास्ट किया है वो भला आदमी तो ना था। ਹੁਣ ਮੀਡੀਆ ਆਪਸ ਵਿੱਚ ਬਾਅਦ ਚੋਂ ਗੱਲ ਕਰਦਾ ਹੈ ਕਿ ਵੀ ਬੰਬ ਬਲਾਸਟ ਕਰਨ ਵਾਲਾ ਭਲਾ ਬੰਦਾ ਤੇ ਨਹੀਂ ਸੀਗਾ, ਇਹਦਾ ਮਤਲਬ ਕੋਈ ਕ੍ਰਿਮੀਨਲ ਸੀਗਾ। ਜੇ ਕ੍ਰਿਮੀਨਲ ਸੀਗਾ ਤਾਂ ਪੁਲਿਸ ਦੇ ਕੋਲ ਉਹਦਾ ਰਿਕਾਰਡ ਹੋਣਾ ਹੈ। ਚੌਟਾਲਾ ਸਾਹਿਬ ਨੇ ਆ ਕੇ ਤੇ 1 ਮਿੰਟ 'ਚ ਇਹ ਕੇਸ ਸੋਲਵ ਕਰਤਾ ਔਰ ਮੈਨੂੰ ਲੱਗਦਾ ਅੱਜ ਸ਼ਾਮ ਤੱਕ ਹੀ ਇਹ ਬੰਦੇ ਫੜੇ ਜਾਣਗੇ। ਇਹ ਮੀਡੀਆ ਦੀ ਗੱਲਾਂ ਹੈਗੀਆਂ। ਹੁਣ ਇਦਾਂ ਦੇ ਤਰੀਕੇ ਦੇ ਵਿੱਚ ਜਦ ਤੁਸੀਂ ਇਦਾਂ ਦੀ ਅਪੀਲ, ਹਨੇਰੇ 'ਚ ਤੀਰ ਮਾਰਨ ਵਾਲੀ ਗੱਲ ਕਰੋਗੇ ਤੇ ਫਿਰ ਚਲੋ ਚੰਗੀਆਂ ਗੱਲਾਂ ਕਰਨੀ ਫਰਜ਼ ਬਣਦੀ ਹੈ। ਔਰ ਚੰਗੀ ਗੱਲ ਕਰਕੇ ਕੱਲ ਬੁੱਧ ਰਾਮ ਨੇ ਆਪਣੀ ਸ਼ੁਰੂਆਤ ਕੀਤੀ। ਹੁਣ ਜੁਲਾਈ 8 ਨੂੰ ਦੁਬਾਰਾ ਇੱਕ ਮੀਟਿੰਗ ਹੈਗੀ ਹੈ। ਉਸ ਮੀਟਿੰਗ ਦੇ ਵਿੱਚ ਕਿੰਨੇ ਕੁ ਇਮਾਨਦਾਰ ਬੰਦੇ, ਕਿੰਨੇ ਕੁ ਕਰਪਸ਼ਨ ਦੇ ਖਿਲਾਫ ਬੰਦੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਹੈ, ਇਹ ਅੱਗੇ ਚੱਲ ਕੇ ਪਤਾ ਲੱਗ ਜੂਗਾ। ਪਰ ਹੁਣ ਨਵਾਂ ਕੁਨਬਾ ਆਮ ਆਦਮੀ ਪਾਰਟੀ ਦਾ ਬਣਨਾ ਸ਼ੁਰੂ ਹੋ ਗਿਆ। ਜਗਰੂਪ ਸੇਖਵਾਂ ਵਰਗੇ ਵਧੀਆ ਬੰਦੇ, ਇਹ ਵਧੀਆ ਬੰਦੇ ਜਿਹੜੇ ਆਰਗੇਨਾਈਜੇਸ਼ਨ ਨੂੰ ਸਪੋਰਟ ਕਰਕੇ ਆਰਗੇਨਾਈਜੇਸ਼ਨ ਦਾ ਕੈਡਰ ਬਣਾ ਸਕਦੇ ਨੇ, ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਦੀ ਕਮਾਨ ਖਾਸ ਕਰਕੇ ਪਾਰਟੀ ਦੇ ਢਾਂਚੇ ਨੂੰ ਬਣਾਉਣ ਵਾਸਤੇ ਤੇ ਸ਼ੁਰੂ ਕੀਤੀ ਹੈ। ਪਰ ਇਹਨਾਂ ਗੱਲਾਂ ਦੇ ਰਾਹੀਂ ਕਿੰਨਾ ਕੁ ਅੱਗੇ ਵਧਿਆ ਜਾ ਸਕਦਾ ਹੈ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ ਜਦ ਪ੍ਰਿੰਸੀਪਲ ਬੁੱਧ ਰਾਮ ਉਹਨਾਂ ਨੂੰ ਮਿਲਾਂਗੇ ਕਿ ਵੀ ਹੁਣ ਦੱਸੋ ਕਿੰਨੇ ਕੁ ਬੰਦੇ ਕਰਪਸ਼ਨ ਦੇ ਖਿਲਾਫ ਪੰਜਾਬ ਵਿੱਚ ਨਜ਼ਰ ਆਏ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਵੈਸੇ ਤਾਂ ਇੰਦਰਪ੍ਰੀਤ ਜੀ ਇਹ ਮਾਮਲਾ ਐਵੇਂ ਹਾਸਾ ਠੱਠਾ ਹੀ ਆ, ਥੋੜਾ ਦਿਲਚਸਪੀ ਦਾ ਕਾਰਨ ਆ ਵੀ ਕੀ ਬੁੱਧ ਰਾਮ ਸਾਹਿਬ ਡਾਕਟਰ ਵਿਜੇ ਸਿੰਗਲਾ ਦੀ ਪਰਚੀ ਜਿਹੜੀ ਮੈਂਬਰੀ ਵਾਲੀ ਉਹ ਕੱਟ ਦੇਣਗੇ? ਕਿਉਂਕਿ ਜਿੰਨਾ ਚਿਰ ਫੈਸਲਾ ਨਹੀਂ ਹੋ ਜਾਂਦਾ, ਤੁਸੀਂ ਆਪ ਹੀ ਉਹਨਾਂ ਨੂੰ ਕਰਪਟ ਕਿਹਾ ਹੋਇਆ, ਕਿ ਅਮਿਤ ਰਤਨ ਕੋਟਫੱਤਾ ਜਿਹੜੇ ਜ਼ਮਾਨਤ ਤੇ ਨੇ ਉਹ ਤੁਹਾਡੇ ਮੈਂਬਰ ਨੇ? ਕਿਉਂਕਿ ਤੁਸੀਂ ਤਾਂ ਕਹਿ ਰਹੇ ਹੋ ਕਿ ਜਿਹੜੇ ਕਰਪਸ਼ਨ ਦੇ ਖਿਲਾਫ ਨੇ ਉਹ ਸਾਰੇ ਸਾਡੇ ਕਲਾਵੇ 'ਚ ਹੋਣੇ ਚਾਹੀਦੇ ਆ। ਖੈਰ 2-4 ਕਾਰਵਾਈਆਂ ਪਾ ਲਓ, ਵੱਡੀ ਗੱਲ ਹੁੰਦੀ ਹੈ, ਬੰਦੇ ਤਾਂ ਤੁਹਾਡੇ ਹੀ ਰਹਿਣੇ, ਲੇਕਿਨ ਮੂੰਹ ਸੋਹਣਾ ਦਿਖਾਇਆ ਜਾਊਗਾ, ਇਹ ਗੱਲ। ਦੂਜੀ ਗੱਲ ਦੇਖੋ, ਸੰਗਠਨ ਬਣਿਆ ਨਵਾਂ। ਇੰਦਰਪ੍ਰੀਤ ਜੀ ਤੁਸੀਂ ਮੈਨੂੰ ਸਮਝਾਓ, ਸੰਗਠਨ ਨਵਾਂ ਬਣਿਆ, ਇੱਕ ਬੰਨੇ ਬੁੱਧ ਰਾਮ ਦੇ ਬੈਠੇ ਸੀ ਜਗਰੂਪ ਸੇਖਵਾਂ, ਦੂਜੇ ਬੰਨੇ ਹਰਚੰਦ ਸਿੰਘ ਵਰਸਟ ਬੈਠੇ ਸੀ। ਪਤਾ ਲੱਗਿਆ ਕੱਲ ਉੱਥੇ ਕਨਫਿਊਜ਼ਨ ਸੀ ਕਿ ਨਵਾਂ ਸੰਗਠਨ ਬਣਾਉਂਦੇ ਆ ਕਿ ਪੁਰਾਣਾ ਸੰਗਠਨ ਵੀ ਕਾਇਮ ਹੀ ਰਿਹਾ। ਕਹਿੰਦੇ ਮੋਟੇ ਤੌਰ ਤੇ ਮੰਨਿਆ ਜਾ ਰਿਹਾ ਕਿ ਹਰਚੰਦ ਸਿੰਘ ਵਰਸਟ ਅਜੇ ਵੀ ਸਕੱਤਰ ਨੇ ਤੇ ਜਗਰੂਪ ਸਿੰਘ ਸੇਖਵਾਂ ਜਨਰਲ ਸਕੱਤਰ ਨੇ। ਸੋ ਇਹ ਕਨਫਿਊਜ਼ਨ ਆਮ ਆਦਮੀ ਪਾਰਟੀ ਨੇ ਕਲੀਅਰ ਅਜੇ ਕਰਨੀ ਆ ਕਿ ਪੁਰਾਣੇ ਸੰਗਠਨ ਨੂੰ ਭੰਗ ਸਮਝਿਆ ਜਾਵੇ ਜਦੋਂ ਨਵਾਂ ਬਣ ਜਾਂਦਾ। ਇੰਦਰਪ੍ਰੀਤ ਜੀ ਇਸ ਗੱਲ ਨੂੰ ਜ਼ਰੂਰ ਵਧਾ ਦਿਓ ਕਿਉਂਕਿ ਵਰਸਟ ਸਾਹਿਬ ਛੱਡਣ ਨੂੰ ਤਿਆਰ ਹੈ ਨਹੀਂ, ਅਜੇ ਪਤਾ ਲੱਗਿਆ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਨੂੰ ਲੱਗਦਾ ਕਿ ਹਜੇ ਕੋਈ ਇਹਦੇ 'ਚ ਕਲੈਰਿਟੀ ਨਹੀਂ ਹੈ। ਇਹ ਜਿਹੜੇ ਉਹਨਾਂ ਦੇ ਸੰਗਠਨ ਸਚਿਵ ਹੈਗੇ ਆ ਨੈਸ਼ਨਲ ਵਾਲੇ, ਸੰਦੀਪ ਪਾਠਕ, ਉਹਨਾਂ ਨੂੰ ਇਹ ਕਲੈਰਿਟੀ ਦੇ ਦੇਣੀ ਚਾਹੀਦੀ ਹੈ ਵੀ ਜਿਹੜੇ ਹਰਚੰਦ ਸਿੰਘ ਬਰਸਟ ਹੈਗੇ ਆ ਉਹ ਹੁਣ ਉਹਨਾਂ ਦੀ ਜਗ੍ਹਾ ਜਗਰੂਪ ਸਿੰਘ ਸੇਖਵਾਂ ਨੂੰ ਬਣਾਤਾ ਗਿਆ ਤੇ ਉਹ ਨਹੀਂ ਹੈਗੇ। ਉਹ ਠੀਕ ਹੈ ਪੁਰਾਣੇ ਲੀਡਰ ਰਹੇ ਨੇ ਔਰ ਪੁਰਾਣੀ ਹੁਣ ਤੱਕ ਕੀ ਚੀਜ਼ਾਂ ਚੱਲੀਆਂ ਨੇ ਉਹ ਦੱਸਣ ਲਈ ਅਗਰ ਉੱਥੇ ਬੈਠੇ ਆ ਤਾਂ ਇਹ ਗੱਲ ਤਾਂ ਸਮਝ ਆਉਂਦੀ ਹੈ ਵੀ, ਕਿਉਂਕਿ ਜਦੋਂ ਇੱਕ ਨਵਾਂ ਬੰਦਾ ਆਉਂਦਾ ਤਾਂ ਉਹਨੂੰ ਪਤਾ ਨਹੀਂ ਹੁੰਦਾ ਵੀ ਹੁਣ ਤੱਕ ਪਾਰਟੀ 'ਚ ਕੀ ਕੀ ਹੋਇਆ ਤੇ ਕੀ ਕੀ ਚੀਜ਼ਾਂ ਹੋਣੀਆਂ ਨੇ, ਕੀ ਪ੍ਰੋਗਰਾਮਸ ਅਸੀਂ ਤੈਅ ਕੀਤੇ ਹੋਏ ਨੇ, ਤਾਂ ਪੁਰਾਣੇ ਵਾਲਾ ਨਵੇਂ ਬੰਦੇ ਨੂੰ ਦੱਸ ਦਿੰਦਾ, ਆਪਣੀ ਕਮਾਂਡ ਸੌਂਪ ਦਿੰਦਾ। ਇਹ ਅਜੇ ਦੱਸਣ ਵਾਲੀਆਂ ਹੈਗੀਆਂ। ਇੱਕ ਬੜੀ ਇੰਟਰਸਟਿੰਗ ਗੱਲ ਜਿਹੜੀ ਭਾਸਕਰ ਸਾਹਿਬ ਨੇ ਸੁਣਾਈ ਸੀਗੀ, ਮੈਨੂੰ ਵੀ ਇੱਕ ਧਿਆਨ 'ਚ ਆ ਗਈ, ਮੈਂ ਵੀ ਉਹ ਵੀ ਇਸੇ ਹੱਥ ਸੁਣਾ ਦਾਂ। ਤੁਹਾਨੂੰ ਯਾਦ ਹੋਊਗਾ ਜਦੋਂ ਬੇਅੰਤ ਸਿੰਘ ਉਹਨਾਂ ਦੀ ਸਰਕਾਰ ਬਣੀ ਸੀ, ਬੇਅੰਤ ਸਿੰਘ ਨੇ ਵੀ ਆਉਂਦੇ ਸਾਰੇ ਇਹੀ ਕਿਹਾ ਸੀਗਾ ਵੀ ਜਿੰਨੇ ਵੀ ਕਰਪਟ ਲੀਡਰ ਅਫਸਰ ਹੈਗੇ ਨੇ ਉਹ ਸਾਰੇ ਦੇ ਸਾਰੇ ਕੱਢ ਦੇਣੇ ਨੇ, ਸਿਰਫ ਇਮਾਨਦਾਰ ਜਿਹੜੇ ਅਫਸਰ ਨੇ ਉਹ ਹੀ ਰੱਖਾਂਗੇ। ਤਾਂ ਅਜੀਤ ਅਖਬਾਰ ਦੇ ਵਿੱਚ ਇੱਕ ਆਰਟਿਸਟ ਹੁੰਦੇ ਸੀਗੇ ਗੁਰਦੀਸ਼, ਉਹਨਾਂ ਨੇ ਇੱਕ ਕਾਰਟੂਨ ਬਣਾਇਆ ਸੀ ਬਹੁਤ ਸੋਹਣਾ, ਤੇ ਉਹਨਾਂ ਨੇ ਕਿਹਾ ਉਹਦੇ 'ਚ ਵੀ ਆਪਾਂ ਫਿਰ ਏਦਾਂ ਕਰੀਏ ਜੀ, ਇਕੱਲੇ ਇਮਾਨਦਾਰ ਬੰਦਿਆਂ ਨੂੰ ਕੱਢ ਦਿੰਦੇ ਆ ਕਿਉਂਕਿ ਸਾਰੇ ਤਾਂ ਕਰਪਟ ਹੀ ਨੇ, ਫਿਰ ਤਾਂ ਕੰਮ ਹੀ ਨਹੀਂ ਚੱਲਣਾ ਜੇ ਦੂਜਿਆਂ ਨੂੰ ਕੱਢਤਾ। ਆਪਾਂ ਇਕੱਲੇ ਇਮਾਨਦਾਰ ਨੂੰ ਕੱਢ ਦਿੰਦੇ ਆ, ਉਹ 5-7 ਕੀ ਨੇ, ਬਾਕੀਆਂ ਨਾਲ ਫਿਰ ਕੰਮ ਸੁਚਾਰੂ ਰੂਪ 'ਚ ਚੱਲੇਗਾ। ਸੋ ਮੈਨੂੰ ਹੁਣ ਇਹ ਜਿਹੜੀ ਪ੍ਰਿੰਸੀਪਲ ਬੁੱਧ ਰਾਮ ਸਾਹਿਬ ਨੇ ਗੱਲ ਕੀਤੀ ਹੈ, ਉਹ ਤਾਂ ਦੇਖੋ ਜਿਹੜੀ ਗੱਲ ਉਹ ਪਾਰਟੀ ਪਹਿਲਾਂ ਕਰਦੀ ਸੀ ਵੀ ਅਸੀਂ ਕਰਪਸ਼ਨ ਫ੍ਰੀ ਉਹ ਦੇਵਾਂਗੇ, ਉੱਥੇ ਤਾਂ ਲੋਕਾਂ ਨੇ ਭਰੋਸਾ ਜਿਤਾ ਹੀ ਦਿੱਤਾ। ਤੇ 92 ਉਹਨੂੰ ਬੰਦੇ ਜਿਹੜੇ ਭੇਜੇ ਨੇ ਜਿਤਾ ਕੇ, ਉਹ ਉਸ ਭਰੋਸੇ ਦੇ ਕਰਕੇ ਹੀ ਤਾਂ ਭੇਜੇ ਨੇ। ਉਹ ਆਮ ਆਦਮੀ ਪਾਰਟੀ ਨਾਲ ਹੀ ਤਾਂ ਹੈਗੇ ਨੇ ਲੋਕ, ਤੇ ਹੋਰ ਉਹ ਕਿੰਨੇ ਕੁ ਚਾਹੁੰਦੇ ਕਿ ਹੁਣ ਦੇਖੋ ਬਾਕੀ ਤਾਂ ਫਿਰ ਥੋੜੇ ਹੀ ਰਹਿ ਗਏ ਜਿਹੜੇ ਦੂਜੇ
ਕਰਪਟ ਨੇ ਜਾਂ ਜਿਨ੍ਹਾਂ ਨੂੰ ਕਰਪਸ਼ਨ ਨਾਲ ਪ੍ਰੇਮ ਹੈ, ਉਹ ਫਿਰ ਦੂਜੇ ਤੇ ਰਹਿ ਗਏ ਤੇ ਜਿਹੜੇ ਇਮਾਨਦਾਰ ਸੀ ਉਹ ਤਾਂ ਆ ਹੀ ਚੁੱਕੇ ਇੱਧਰ। ਹੁਣ ਹੋਰ ਕਿੰਨੇ ਕੁ ਲੈ ਕੇ ਆਉਣਾ ਚਾਹੁੰਦੇ ਆ ਉਹ। ਸੋ ਇਹ ਚੀਜ਼ਾਂ ਕਈ ਵਾਰੀ ਮੈਂ ਐਵੇਂ ਹਾਸਾ ਠੱਠਾ ਕਰ ਰਿਹਾ, ਅਸਲ ਦੇ ਵਿੱਚ ਰੰਧਾਵਾ ਸਾਹਿਬ ਇਹ ਗੱਲਾਂ ਕਰਨੀਆਂ ਕਈ ਵਾਰ ਆਈਡਲੀ ਬਹੁਤ ਸੋਹਣੀਆਂ ਲੱਗਦੀਆਂ ਨੇ, ਬਹੁਤ ਅੱਛੀਆਂ ਲੱਗਦੀਆਂ ਨੇ ਕਿ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਬਹੁਤ ਸੋਹਣੀਆਂ ਲੱਗਦੀਆਂ ਨੇ, ਪਰ ਜਦੋਂ ਇਹਨੂੰ ਪ੍ਰੈਕਟੀਕਲ ਕਰਦੇ ਆ ਤਾਂ ਬਹੁਤ ਵਾਰੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਅਸੀਂ ਕਰ ਪਾਉਂਦੇ। ਸਾਨੂੰ ਮਤਲਬ ਬਹੁਤ ਸਾਰੇ ਜਿਹਨੂੰ ਕਹਿ ਲਓ ਤੁਸੀਂ ਸਮਝੌਤੇ ਕਰਨੇ ਪੈਂਦੇ ਆ, ਤੇ ਫਿਰ ਜਦੋਂ ਤੁਸੀਂ ਉਹ ਸਮਝੌਤੇ ਕਰਨੇ ਤਾਂ ਫਿਰ ਤੁਸੀਂ ਉਸ ਗੰਦ ਦੇ ਵਿੱਚ ਚਲੇ ਹੀ ਜਾਂਦੇ ਹੋ ਆਪਣੇ ਆਪ। ਸੋ ਮੈਨੂੰ ਲੱਗਦਾ ਕਿ ਗੱਲਾਂ ਉਨੀਆਂ ਕੀ ਕਰਨੀਆਂ ਚਾਹੀਦੀਆਂ ਨੇ ਜਿੰਨੀਆਂ ਕਿ ਗੱਲਾਂ ਨਾਲ ਕੰਮ ਸਰ ਜੇ। ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਹੁਣ ਤਾਂ ਬਹੁਤ ਠੀਕ ਲੱਗਦੀ ਹੈ ਕਿ ਹਾਂ ਪ੍ਰਿੰਸੀਪਲ ਬੁੱਧਰਾਮ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ, ਪਰ ਤੁਸੀਂ ਦੇਖਿਓ ਕਿ ਇਹੀ ਬਿਆਨ ਜਿਹੜਾ ਹੈਗਾ ਉਹ ਕੱਲ ਨੂੰ ਪਾਰਟੀ ਲਈ ਇੱਕ ਬਹੁਤ ਵੱਡੀ ਸਮੱਸਿਆ ਵੀ ਬਣ ਜਾਂਦਾ ਹੈ। ਜਿਵੇਂ ਕੱਲ ਪਰਸੋਂ ਇੱਕ ਬਹੁਤ ਭਗਵੰਤ ਮਾਨ ਹੋਰਾਂ ਦਾ ਇੱਕ ਚੱਲ ਰਿਹਾ ਵੀਡੀਓ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਜੀ ਸਮਤਾ ਰਮਤਾ ਪਾਰਟੀ ਇਹ ਸਾਰੇ ਇਕੱਠੇ ਹੋ ਗਏ ਇੱਕ ਜਗ੍ਹਾ ਤੇ, ਦੂਜੇ ਬੰਨੇ ਪਤਾ ਹੈ ਵੀ ਉੱਥੇ ਕੋਈ ਸ਼ੇਰ ਖੜਾ ਹੈ। ਤਾਂ ਜਿਹੜੇ ਲੋਕ ਨੇ ਉਹਨਾਂ ਨੇ ਫਿਰ ਇਸ ਨੂੰ ਪਕੜ ਲਿਆ, ਤੇ ਉਹ ਪਕੜ ਕੇ ਜਿਹੜੇ ਉਹਨਾਂ ਨੇ ਫਿਰ ਰੀਲ ਬਣਾਈ ਹੈ ਉਹ ਤੁਸੀਂ ਬੜੀ ਇੰਟਰਸਟਿੰਗ ਹੈ। ਉਹ ਉਹਨਾਂ ਦਾ ਬਿਆਨ ਲਿੱਤਾ ਔਰ ਉਹ ਜਿਹੜੀ ਮੀਟਿੰਗ ਹੋਈ ਹੈ ਪਟਨਾ ਸਾਹਿਬ ਦੇ ਵਿੱਚ ਉਹ ਮੀਟਿੰਗ ਦੇ ਸ਼ਾਰਟਸ ਲਿੱਤੇ ਤੇ ਇੱਧਰ ਉਹਨਾਂ ਦਾ ਬਿਆਨ ਚਲਾਇਆ ਤੇ ਪਰਲੇ ਬੰਨੇ ਤੇ ਉਹ ਮੋਦੀ ਸਾਹਿਬ ਨੂੰ ਆਂਦਾ ਹੋਇਆ ਦਿਖਾ ਰਹੇ ਨੇ। ਸੋ ਦੇਖੋ ਤੁਹਾਡਾ ਹੀ ਬਿਆਨ ਜਿਹੜਾ ਹੈਗਾ ਉਹ ਤੁਹਾਡੇ ਉਲਟ ਚਲਾ ਗਿਆ ਹੈਗਾ। ਸੋ ਇਹ ਚੀਜ਼ਾਂ ਕਈ ਵਾਰੀ ਮੈਂ ਸੋਚਦਾ ਹੁੰਦਾ ਵੀ ਜਦੋਂ ਤੁਸੀਂ ਕੋਈ ਬਿਆਨ ਦਿੰਦੇ ਹੋ ਤਾਂ ਬਹੁਤ ਸੋਚ ਸਮਝ ਕੇ ਦੇਣੇ ਚਾਹੀਦੇ ਨੇ। ਅੱਜ ਤੁਹਾਨੂੰ ਲੱਗਦਾ ਵੀ ਇਹ ਬੜੇ ਸਟਰੈਂਥ ਨੇ, ਕਦੋਂ ਇਹ ਭਾਰ ਬਣ ਜਾਣ ਕੋਈ ਪਤਾ ਨਹੀਂ ਚੱਲਦਾ। ਦੇਖੋ ਕੱਲ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ, ਸਾਨੂੰ ਕੈਂਡੀਡੇਟ ਵੀ ਚਾਹੀਦੇ ਆ, ਠੀਕ ਹੈ। ਤੇ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਵੀ ਕਿਹੜਾ ਬੰਦਾ, ਪਿੱਛੇ ਜਲੰਧਰ ਦੀ ਇਲੈਕਸ਼ਨ ਹੋਈ ਆ, ਕਿਹੜਾ ਪੈਮਾਨਾ ਰੱਖਿਆ ਸੀ ਵੀ ਐਸ ਸਕੈਨਰ ਥਣੀ ਲੰਘਾ ਕੇ ਤੇ ਅਸੀਂ ਲੈਣਾ ਬੰਦਾ ਤਾਂ ਕਿ ਉਹਦੇ ਨਾਲ ਕੋਈ ਬੈਗੇਜ ਨਾ ਹੋਵੇ। ਤੇ ਆਉਣ ਡਈ ਅੱਗੇ ਲੋਕ ਸਭਾ ਦੀ ਚੋਣ, ਕਿੰਨੇ ਕੁ ਕੈਂਡੀਡੇਟ ਕਿੱਥੋਂ ਤੇ ਕਿਵੇਂ ਦੇ ਆਉਣੇ ਆ। ਸੋ ਮੈਨੂੰ ਲੱਗਦਾ ਵੀ ਕਈ ਵਾਰੀ ਨਾ ਜੀ ਇਹ ਬਿਆਨ ਜਜ਼ਬਾਤੀ ਹੋ ਕੇ ਦਿੱਤੇ ਜਾਂਦੇ ਆ। ਖੈਰ ਮੈਂ ਪੰਜਾਬੀ ਦਾ ਇੱਕ ਗੀਤ ਹੈ ਨਾ, ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ, ਆਪੇ ਕਦੇ ਮਿਹਰ ਪੈ ਜਾਊ ਸੱਚੀ ਸਰਕਾਰ ਨੂੰ। ਪ੍ਰਿੰਸੀਪਲ ਬੁੱਧਰਾਮ ਇੱਕ ਦਰਦ ਨਾਲ ਜਿਉਂਦੇ ਨੇ, ਦੂਜੀ ਵਾਰ ਦੇ ਨੇ, ਸਭ ਤੋਂ ਸਿਆਣੇ ਲੋਕਾਂ ਚ ਆਉਂਦੇ ਨੇ, ਪਾਰਟੀ ਦੇ ਸੀਨੀਅਰ ਆਗੂ ਨੇ, ਕੈਬਨਿਟ ਚੋਂ ਬਾਹਰ ਕਿਉਂ ਨੇ, ਇਹ ਦਰਦ ਨੇ। ਇਹ ਅਹੁਦੇ ਆਦੇ ਤਾਂ ਐਵੇਂ ਐਕਟਿੰਗ ਪ੍ਰੈਜ਼ੀਡੈਂਟ, ਕਿਤੇ ਕਸਕ ਹੈ ਕਿ ਮੈਂ ਤੇਰੇ ਨਾਲ ਕਿਉਂ ਨਾ, ਤੇ ਮੈਂ ਤੇਰੇ ਲਈ ਕੀ ਨਹੀਂ ਕੀਤਾ, ਕਦੇ ਕੱਲੀ ਬਹਿ ਕੇ ਸੋਚੀ ਨਹੀਂ। ਹੁਣ ਕਿੰਨੇ ਸੋਚਣਾ, ਤਾਂ ਅਗਲਿਆਂ ਦੀ ਮਰਜ਼ੀ ਆ। ਇੰਦਰਪ੍ਰੀਤ ਜੀ, ਰੁਚਿਕਾ ਐਮ ਖੰਨਾ ਜਰਨਲਿਜ਼ਮ ਦਾ ਇੱਕ ਅੱਛਾ ਨਾਮ ਹੈ ਔਰ ਉਹ ਰਿਪੋਰਟ ਹਮੇਸ਼ਾ ਰਿਸਰਚ ਬੇਸਡ ਹੀ ਲਿਆਉਂਦੇ ਆ। ਤੇ ਉਹ ਕਹਿ ਰਹੇ ਨੇ ਕਿ ਇਹ 5,000 ਕਰੋੜ ਦੇ GST ਡਿਊਜ਼ ਜਿਹੜੇ ਆ ਉਹ ਸਟੇਟ ਦਾ ਮੰਨਣਾ ਹੈ, ਮੰਗਦੀ ਹੈ। ਲੇਕਿਨ ਅਗਲੇ ਕਹਿੰਦੇ ਵੀ ਇਹ 3,000 ਕਰੋੜ ਹੈ। ਇਹ ਘਾਟਾ ਵਾਧਾ 2,000 ਕਰੋੜ ਦਾ ਕਾਫੀ ਵੱਡਾ ਹੈ। ਪੰਜਾਬ ਨੂੰ ਤਾਂ ਰੁਪਈਆ ਚਾਹੀਦਾ। ਜਦੋਂ ਪੰਜਾਬ ਦੇ ਵਿੱਚ ਵੈਟ ਸਿਸਟਮ ਸੀ, ਵੈਟ ਸਿਸਟਮ ਔਰ ਉਸ ਤੋਂ ਬਾਅਦ GST ਲਗਾਇਆ ਗਿਆ, ਤਾਂ ਇਹ ਤੈਅ ਕੀਤਾ ਗਿਆ ਕਿ ਜਿੰਨਾ ਵੀ ਕਿਸੇ ਵੀ ਸਟੇਟ ਦੇ ਉਸ 2014 ਤੱਕ, ਇਹ 2014 ਨੂੰ ਇੱਕ ਪੈਮਾਨਾ ਬਣਾਇਆ ਗਿਆ, 2014 ਸਾਲ ਨੂੰ 2016 ਦੇ ਸਾਲ ਨੂੰ ਇੱਕ ਪੈਮਾਨਾ ਬਣਾਇਆ ਗਿਆ ਕਿ 2016 ਤੱਕ ਜਿਸ ਸਟੇਟ ਦੀ ਜਿੰਨੀ ਵੀ ਇਨਕਮ ਹੈਗੀ ਹੈ ਔਰ ਜਿਸ ਦਰ ਨਾਲ ਉਹ ਵੱਧ ਰਹੀ ਹੈ, ਅਸੀਂ 14% ਦੀ ਦਰ ਨਾਲ ਉਹਦੇ ਵਿੱਚ ਵਾਧਾ ਦੇਵਾਂਗੇ। ਇਹ ਤਾਂ ਹੈ ਇਨਕਮ, ਮੰਨ ਲਓ ਉਸ ਦਿਨ 100 ਰੁਪਏ ਸੀ ਤਾਂ ਅਸੀਂ ਹਰ ਸਾਲ 14 ਰੁਪਏ ਵਧਾ ਕੇ ਦੇਵਾਂਗੇ। ਅਗਰ ਇਸ ਦੇ ਵਿੱਚ GST ਦਾ ਗੈਪ ਆ ਗਿਆ ਉਹ ਅਸੀਂ ਦੇਵਾਂਗੇ, ਮਤਲਬ ਗਵਰਨਮੈਂਟ ਆਫ ਇੰਡੀਆ ਦੇਗੀ 14% ਤੁਹਾਡੀ ਹਰ ਵਾਰੀ ਜਿਹੜੀ ਰੈਵਨਿਊ ਹੈ ਉਹ ਹਰ ਸਾਲ ਵਧੇਗੀ। ਲੇਕਿਨ ਅਗਰ ਜੇ ਗੈਪ ਹੈ ਤਾਂ ਉਹ ਅਸੀਂ ਪੇ ਕਰਾਂਗੇ। ਔਰ ਪੰਜਾਬ ਦੇ ਵਿੱਚ ਉਹ ਗੈਪ ਪੇ ਕੀਤਾ ਜਾਂਦਾ ਰਿਹਾ। ਪਰ ਸਵਾਲ ਇਸ ਸਰਕਾਰ ਨੇ ਆ ਕੇ ਉਠਾਇਆ ਔਰ ਮੈਨੂੰ ਲੱਗਦਾ ਕਿ ਰਪਾਲ ਚੀਮਾ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਜੇ ਉਹਨਾਂ ਨੇ ਇਹ ਚੀਜ਼ ਪਕੜੀ ਹੈ ਤੇ ਪਕੜ ਕੇ ਹੁਣ ਉਹ ਇਸ ਗੱਲ ਨੂੰ ਸਿਰੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਇਨਕਮ ਹੈ ਉਹ ਸਿੱਧੇ ਸਿਰਫ ਟੈਕਸਾਂ ਨੂੰ ਮੰਨ ਕੇ ਰੱਖੀ ਗਈ, ਅਕਾਊਂਟ ਕੀਤੀ ਗਈ ਹੈ, ਜਦਕਿ ਸਾਡੇ ਉਸ ਟਾਈਮ ਜਿਹੜੀ ਸੈਸ ਸੀਗੇ, ਜਿਵੇਂ PIDB ਸੈਸ ਹੈ ਜਾਂ ਹੋਰ ਕਿਸਮ ਦੇ ਸੈਸ ਲੱਗੇ ਹੋਏ ਸੀ, ਉਹਨਾਂ ਨੂੰ ਤੁਸੀਂ ਇਨਕਮ ਦੇ ਵਿੱਚ ਸ਼ਾਮਲ ਨਹੀਂ ਕੀਤਾ। ਤਾਂ ਅਗਰ ਤੁਸੀਂ ਉਹਨੂੰ ਸ਼ਾਮਲ ਕਰਕੇ ਉਹ ਬਣਾਓਗੇ
ਤਾਂ ਸਾਡਾ ਜਿਹੜਾ GST ਦਾ ਮੁਆਵਜ਼ਾ ਵੱਧ ਜਾਂਦਾ ਹੈ। ਉਹ ਹੁਣ ਤੱਕ ਦਾ ਜਿਹੜਾ ਗੈਪ ਹੈ ਉਹ 5000 ਕਰੋੜ ਹੋ ਗਿਆ। ਤੇ ਕਿਉਂਕਿ ਹੁਣ GST ਮੁਆਵਜ਼ਾ ਪਿਛਲੇ ਸਾਲ ਸਰਕਾਰ ਨੇ ਖਤਮ ਕਰਤਾ ਹੈ ਜੁਲਾਈ ਤੋਂ ਬਾਅਦ, ਹੁਣ ਕੈਗ ਨੂੰ ਕਹਤਾ ਹੈ ਕਿ ਉਹ ਜਿੰਨੇ ਵੀ ਇਸ ਕਿਸਮ ਦੇ ਕਿਸੇ ਦੇ ਰੁਕੇ ਹੋਏ ਨੇ ਜੋ ਵੀ ਅਨੋਮਲੀਜ਼ ਨੂੰ ਆਪਾਂ ਕਹਿੰਦੇ ਆ ਵੀ ਹੈਗੀਆਂ ਨੇ, ਉਹ ਤੈਅ ਕਰ ਲੈਣ। ਜੇਕਰ ਕਿਸੇ ਦਾ ਵਾਧਾ ਘਾਟਾ ਰਹਿੰਦਾ ਹੈ ਤੇ ਅਸੀਂ ਉਹ ਪੇ ਕਰ ਦਾਂਗੇ। ਤਾਂ ਇੱਕ ਵੱਡੀ ਮੀਟਿੰਗ ਜਿਹੜੀ ਹੈਗੀ ਹੈ ਹਰਪਾਲ ਚੀਮਾ ਹੋਣਾ ਨੇ ਉਹ ਕੈਗ ਨਾਲ ਕੀਤੀ ਹੈ। ਉਸ 'ਚ ਆਪਣੇ ਸਾਰੇ ਆਫੀਸਰਸ ਵੀ ਸੀਗੇ ਫਾਈਨਾਂਸ ਡਿਪਾਰਟਮੈਂਟ ਦੇ। ਉਹਨਾਂ ਨੇ ਉਹ ਜਿਹੜੀ ਮੀਟਿੰਗ ਕੀਤੀ ਹੈ ਉੱਥੇ, ਉਸ 'ਚ ਇਹ ਮਤਲਬ ਉਹਨਾਂ ਨੂੰ ਕਿਹਾ ਵੀ ਜੀ ਆਹ ਇਨਕਮ ਨਹੀਂ ਲਗਾਈ ਗਈ। ਤੇ ਜੋ ਮੈਨੂੰ ਸੂਚਨਾ ਮਿਲੀ ਹੈ ਕਿ ਉਹਨਾਂ ਨੇ ਇਹ ਗੱਲ ਕਾਫੀ ਹੱਦ ਤੱਕ ਮੰਨ ਲਈ ਹੈ ਵੀ ਹਾਂ ਇਹ ਇਨਕਮ ਵੀ ਇਹਦੇ ਵਿੱਚ ਗਿਣੀ ਜਾਣੀ ਚਾਹੀਦੀ ਸੀ। ਇਹ ਗੱਲ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ ਹੁਣ ਜੁਲਾਈ ਮਹੀਨੇ ਦੀ ਜਿਹੜੀ 9 ਜਾਂ 10 ਤਰੀਕ ਨੂੰ ਸ਼ਾਇਦ ਗਵਰਨਿੰਗ ਉਹਦੀ GST ਕਾਉਂਸਲ ਦੀ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ। ਉਹਦੇ ਵਿੱਚ ਇਹ ਮਾਮਲਾ ਮੈਨੂੰ ਲੱਗਦਾ ਕਿ ਹਰਪਾਲ ਚੀਮਾ ਉਠਾਣਗੇ। ਤੇ ਜੇਕਰ ਇਹ ਗਵਰਨਮੈਂਟ ਆਫ ਇੰਡੀਆ ਮੰਨ ਲੈਂਦੀ ਹੈ ਔਰ ਸਾਨੂੰ 2000 ਕਰੋੜ ਰੁਪਏ ਜਿਹੜਾ ਸਾਡਾ ਐਕਸਟਰਾ ਆਣਾ ਹੈ ਉਹ ਆ ਜਾਂਦਾ, ਤਾਂ ਇਹ ਪੰਜਾਬ ਨੂੰ ਮੈਨੂੰ ਲੱਗਦਾ ਕਿ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਇਸ ਸਾਲ ਮਿਲੇ। ਭਾਸਕਰ ਸਾਹਿਬ ਸਿਰਫ 1 ਮਿੰਟ, ਆਸਾਨ ਸ਼ਬਦਾਂ ਦੇ ਵਿੱਚ ਸਮਝਣਾ ਹੋਏ, ਪਿਛਲੇ ਦਿਨਾਂ ਦੇ ਵਿੱਚ 90 ਪੈਸੇ 1 ਰੁਪਇਆ ਪੈਟਰੋਲ ਡੀਜ਼ਲ ਦੇ ਉੱਤੇ ਪੰਜਾਬ ਸਰਕਾਰ ਨੇ ਵਧਾਇਆ। ਔਰ ਇਹ ਸਾਰਾ 1 ਰੁਪਇਆ ਸਟੇਟ ਗਵਰਨਮੈਂਟ ਨੂੰ ਸਿੱਧਾ ਨਹੀਂ ਆਉਂਦਾ। ਜਦ ਤੁਸੀਂ ਪੈਟਰੋਲ ਖਰੀਦਦੇ ਹੋ ਤਾਂ ਪਹਿਲੇ ਸੈਂਟਰਲ ਪੂਲ ਦੇ ਵਿੱਚ ਜਾਂਦਾ ਹੈ ਔਰ ਇਹ ਸੈਸ ਵੱਖਰੇ ਤਰੀਕੇ ਨਾਲ ਟਰੀਟ ਹੋ ਕੇ ਸਾਰਾ ਦਾ ਸਾਰਾ ਸੂਬੇ ਨੂੰ ਟ੍ਰਾਂਸਫਰ ਕਰਨਾ ਹੁੰਦਾ। ਔਰ ਉਸ ਗੱਲ ਦਾ ਜ਼ਿਕਰ ਹੈ, ਵੈਟ ਦੇ ਦੌਰਾਨ ਕੁਝ ਸੈਸ ਲਾਏ ਸੀ ਸੂਬੇ ਦੀ ਸਰਕਾਰ ਨੇ, ਉਹ ਸੈਸ ਵੀ ਕੇਂਦਰ ਸਰਕਾਰ ਜਾਂ GST ਵਾਲਾ ਜਿਹੜਾ ਫੰਡ ਹੈਗਾ ਉਹਦੇ ਅੰਦਰ ਚਲੇ ਗਏ। ਤਾਂ ਹੁਣ ਕੱਢਣੇ ਔਖੇ ਹੋ ਰਹੇ ਨੇ। ਉਹ 2000 ਕਰੋੜ ਦਾ ਜ਼ਿਕਰ ਸਿਰਫ ਇੰਨਾ ਕੁ ਹੈ ਕਿ ਵੀ ਉਹ ਸੈਸ਼ਨ ਦਾ ਵੀ ਹਿਸਾਬ ਕਰੋ। ਤੁਸੀਂ ਮੂਲ GST, ਸਟੇਟ GST, ਸੈਂਟਰ GST ਦੀ ਗੱਲ ਕਰ ਰਹੇ ਹੋ। ਹੁਣ ਜਿੱਦਾਂ ਹੁਣ ਸਾਡਾ ਰੁਪਈਆ ਵੀ ਪੈਟਰੋਲ ਦੇ ਉੱਤੇ ਵਧਾਇਆ ਗਿਆ, ਜੇ ਕੇਂਦਰ ਸਰਕਾਰ ਡਕਾਰ ਜਾਏ ਤੇ 2 ਸਾਲ ਤੱਕ 3 ਸਾਲ ਬਾਅਦ ਅਸੀਂ ਕਹੀਏ ਵੀ 5000 ਕਰੋੜ ਸਾਡਾ ਜਿਹੜਾ ਇਕੱਠਾ ਹੋਇਆ ਸੀਗਾ, ਉਹ ਕਹਿੰਦੇ ਹਜੇ ਸੋਚਨੇ ਆ, ਦੇਖਨੇ ਆ। ਗੱਲ ਇੱਥੇ ਖੜੀ, ਗੱਲ ਖੜੀ ਨਾ ਰਵੇ, ਤੁਰ ਪਏ ਤੇ ਚੰਗਾ ਹੈ। ਨਹੀਂ ਤੇ ਫਿਰ ਇੱਕ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਨਾ ਬੁਲਾ ਕੇ ਤੇ ਫਿਰ ਨਵਾਂ ਮਤਾ ਆ ਜੇ। ਉਹ ਮਤੇ ਮੁੜ ਕੇ ਚਲੇ ਕਿੱਥੇ ਜਾਂਦੇ ਆ, ਮੈਨੂੰ ਉਹਨਾਂ ਦੀ ਸਮਝ ਕਦੇ ਨਹੀਂ ਆਈ। ਵੈਸੇ ਮਤਾ ਆਰਡੀਨੈਂਸ ਦੇ ਖਿਲਾਫ ਕਿਉਂ ਨਹੀਂ ਆਇਆ, ਅਜੇ ਮੇਰੀ ਨਜ਼ਰ ਉੱਥੋਂ ਨਹੀਂ ਜਾਂਦੀ। ਉਹ ਆਉਣਾ ਤਾਂ ਸੀ। ਇਹ ਵੱਖਰੀ ਗੱਲ ਆ ਕਿ ਕੇਜਰੀਵਾਲ ਸਾਹਿਬ ਨੇ ਪਤਾ ਲੱਗਿਆ ਕਿ ਬਹੁਤ ਚਲਾਕੀ ਨਾਲ ਸਿਆਣਪ ਕੀਤੀ ਆ ਕਿ ਮੈਂ ਜੇਕਰ ਸਿੱਖ ਮਾਮਲਿਆਂ ਦੇ ਵਿੱਚ ਇਜਲਾਸ ਦਾ ਦਖਲ ਹੋਣਾ ਹੈ ਤਾਂ ਮੈਂ ਉੱਥੇ ਬੈਠਾ ਇੰਜ ਲੱਗੂਗਾ। ਔਰ ਇਹ ਗੱਲ ਜ਼ਿਆਦਾ ਵੱਡੇ ਕੈਨਵਸ ਤੇ ਖਿਲਰੇਗੀ ਕਿ ਕੇਜਰੀਵਾਲ ਨੇ ਬਹਿ ਕੇ ਸਿੱਖਾਂ ਦੇ ਖਿਲਾਫ ਕਰਾਇਆ। ਇਹ ਤੋਂ ਬਚਣ ਦਾ ਉਹਨਾਂ ਨੇ ਯਤਨ ਕੀਤਾ। ਪਰ ਖੈਰ ਚਲੋ, ਨਜ਼ਰ ਸਾਡੀ ਵੀ ਟਿਕੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।